ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਦੇ ਪਾਵਨੀ ਅਸਥਾਨ 'ਤੇ ਲੜੀਵਾਰ ਰੂਪ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਾਵਨੀ ਇਤਿਹਾਸ, ਗੁਰੂ ਕੇ ਪਵਿੱਤਰ ਇਤਿਹਾਸ ਦੀ ਕਥਾ ਚੱਲ ਰਹੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਜੀ ਆਗਰੇ ਪਹੁੰਚੇ ਹਨ ਬਹਾਦਰ ਸ਼ਾਹ ਦੇ ਬੇਨਤੀ ਕਰਨ ਤੋਂ, ਬਾਗ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਆਪਣਾ ਪੜਾਅ ਕੀਤਾ ਹੈ। ਜਦੋਂ ਬਹਾਦਰ ਸ਼ਾਹ ਨੂੰ ਪਤਾ ਲੱਗਾ, ਆਪਣੇ ਉਮਰਾਵ ਨੂੰ ਹੋਰ ਆਪਣੇ ਅਹੁਦੇਦਾਰਾਂ ਨੂੰ ਭੇਜਿਆ ਕਿ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਜਾਵੇ ਕਿ ਮਹਾਰਾਜ ਸਾਹਿਬ ਜੀ ਮਹਿਲਾਂ ਵਿੱਚ ਆ ਕੇ ਦਰਸ਼ਨ ਦੇਣ। ਜਦੋਂ ਬੇਨਤੀ ਕੀਤੀ, ਗੁਰੂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹਾਦਰ ਸ਼ਾਹ ਨੂੰ ਦਰਸ਼ਨ ਦੇਣ ਵਾਸਤੇ ਗਏ। ਸਾਰੀ ਫੌਜ ਨੂੰ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਕਹਿ ਦਿੱਤਾ ਕਿ ਤੁਸੀਂ ਬਾਹਰ ਹੀ ਖਲੋ ਜਾਓ, ਘੋੜਿਆਂ 'ਤੇ ਸਵਾਰ ਰਹੋ। ਭਾਈ ਸਾਹਿਬ ਸਿੰਘ ਜੀ ਨੂੰ ਨਾਲ ਲੈ ਕਰਕੇ, ਜੋ ਮਹਾਰਾਜ ਸਾਹਿਬ ਜੀ ਦੀ ਸੇਵਾ ਵਿੱਚ ਉਸ ਵੇਲੇ ਹਾਜ਼ਰ ਸਨ, ਬਹਾਦਰ ਸ਼ਾਹ ਦੇ ਮਹਿਲ ਵਿੱਚ ਸਤਿਗੁਰੂ ਜੀ ਜਾਂਦੇ ਆ ਅਤੇ ਬਹਾਦਰ ਸ਼ਾਹ ਥੋੜ੍ਹੇ ਜਿਹੇ ਆਦਮੀਆਂ ਦੇ ਨਾਲ ਆਪਣੇ ਮਹਿਲ ਵਿੱਚ ਬੈਠਾ ਹੋਇਆ ਸੀ ਉਸ ਮੌਕੇ 'ਤੇ ਉਮਰਾਵਾਂ ਦੇ ਸਮੇਤ। ਅਤੇ ਸਤਿਗੁਰੂ ਗਰੀਬ ਨਵਾਜ਼ ਸਾਹਿਬ ਜੀ ਨੂੰ ਆਉਂਦਿਆਂ ਵੇਖ ਕਰਕੇ ਆ ਕੇ ਮਹਾਰਾਜ ਦੇ ਚਰਨਾਂ 'ਤੇ ਹੱਥ ਲਾ ਕਰਕੇ ਨਮਸਕਾਰ ਕਰਦਾ ਹੈ। ਬਹੁਤ ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਕਰਦਾ ਹੈ ਕਿ ਸਤਿਗੁਰੂ ਆਪ ਜੀ ਦੀ ਕਿਰਪਾ ਦਾ ਸਦਕਾ ਮੈਨੂੰ ਇਹ ਬਾਦਸ਼ਾਹੀ ਮਿਲੀ ਹੈ, ਮੈਨੂੰ ਇਹ ਦਿੱਲੀ ਦਾ ਤਖਤ ਪ੍ਰਾਪਤ ਹੋਇਆ ਹੈ। ਫਿਰ ਗੁਰੂ ਸਾਹਿਬ ਜੀ ਵਾਸਤੇ ਚੰਦਨ ਦੀ ਚੌਂਕੀ ਮੰਗਾ ਕੇ ਅਤੇ ਕੱਢਿਆ ਹੋਇਆ ਬਸਤਰ ਉਹਦੇ ਉੱਤੇ ਵਿਛਾ ਕਰਕੇ ਬੇਨਤੀ ਕਰਕੇ ਬਿਠਾਉਂਦਾ ਹੈ, ਬੇਨਤੀਆਂ ਕਰਦਾ ਹੈ ਕਿ ਮਹਾਰਾਜ ਜਿਹੜੇ ਤੀਰਾਂ ਦੇ ਨਾਲ ਤੁਸੀਂ ਤਾਰਾ ਆਜ਼ਮ ਨੂੰ ਮਾਰਿਆ, ਉਹ ਦੋਵੇਂ ਤੀਰ ਮੈਂ ਸੰਭਾਲ ਕੇ ਰੱਖੇ ਹੋਏ ਹਨ। ਉਸ ਵੇਲੇ ਜਿਹੜੇ ਬਾਦਸ਼ਾਹੀ ਸਾਰੇ ਹੀ ਤੀਰ ਅੰਦਾਜ਼ ਸੀ,
ਜਦੋਂ ਉਹਨਾਂ ਨੇ ਜਾਣਿਆ ਕਿ ਤਾਰਾ ਆਜ਼ਮ ਤੀਰਾਂ ਦੇ ਨਾਲ ਮਰਿਆ ਹੈ ਤੇ ਸਾਰੇ ਆਪਸ ਵਿੱਚ ਜਦਨ ਲੱਗੇ, ਮੇਰੇ ਕੋਲੇ ਕਹਿਣ ਲੱਗੇ ਕਿ ਮੇਰੇ ਤੀਰ ਨਾਲ ਮਰਿਆ ਹੈ, ਮੇਰੇ ਤੀਰ ਨਾਲ ਮਰਿਆ ਹੈ। ਪਰ ਮੈਨੂੰ ਕਿਸੇ ਉੱਤੇ ਨਿਸ਼ਚਾ ਨਹੀਂ ਹੋਇਆ। ਮੈਂ ਸਾਰਿਆਂ ਦੇ ਪੱਥੇ ਦੇ ਤੀਰ ਕਢਾ ਕੇ ਵੇਖੇ, ਨਾਲ ਮੇਲ ਕੇ ਵੇਖੇ, ਪਰ ਨਹੀਂ ਮਿਲੇ। ਮਹਾਰਾਜ ਉਹ ਮੈਂ ਤੀਰ ਸਾਂਭ ਕੇ ਰੱਖੇ ਹੋਏ। ਉਸ ਮੌਕੇ 'ਤੇ ਮੰਗਾਉਂਦਾ ਹੈ, ਗੁਰੂ ਸਾਹਿਬ ਜੀ ਆਪਣੇ ਪੱਥੇ ਦੇ ਤੀਰ ਦਿਓ, ਮੈਂ ਇਹਦੇ ਨਾਲ ਮੇਲ ਕੇ ਵੇਖਣਾ ਚਾਹੁੰਦਾ ਹਾਂ। ਜਦੋਂ ਮੇਲ ਕੇ ਵੇਖਦਾ ਹੈ ਵੀ ਉਸੇ ਤਰ੍ਹਾਂ ਹੀ ਉਹ ਦੋਵੇਂ ਤੀਰ ਜਿਹੜੇ ਤਾਰਾ ਆਜ਼ਮ ਦੇ ਮੱਥੇ ਵਿੱਚ ਕਲਗੀਧਰ ਪਾਤਸ਼ਾਹ ਨੇ ਮਾਰੇ ਸੀ, ਉਹਨਾਂ ਨਾਲ ਵੀ ਸੋਨਾ ਲੱਗਾ ਹੋਇਆ, 1.25 ਤੋਲਾ। ਜੋ ਗੁਰੂ ਸਾਹਿਬ ਦੇ ਪੱਥੇ ਵਿੱਚ ਤੀਰ, ਉਹਨਾਂ ਨਾਲ ਵੀ ਸੋਨਾ। ਇਮ ਕਹਿ ਦੋਨੋਂ ਸਰ ਅਨਵਾਏ, ਕਹਿ ਗੁਰ ਤਰਕਸ਼ ਤੇ ਨਿਕਸਾਏ। ਕੰਚਨ ਲਿਪਤ ਮਿਲੇ ਸਮ ਜਬੈ, ਹਿਰਦੈ ਆਨੰਦਤ ਬੰਦਤ ਤਬੈ। ਹਿਰਦੇ ਵਿੱਚ ਪ੍ਰਸੰਨ ਹੋਇਆ, ਕਿਉਂਕਿ ਪਹਿਲਾਂ ਵੀ ਇਹ ਨਿਸ਼ਚਾ ਸੀ ਵੀ ਇਹ ਕਲਗੀਧਰ ਪਾਤਸ਼ਾਹ ਜੀ ਦੇ ਹੀ ਤੀਰ ਹਨ। ਤੇ ਹੁਣ ਮਹਾਰਾਜ ਦੇ ਪੱਥੇ ਦੇ ਤੀਰਾਂ ਦੇ ਨਾਲ ਜਦੋਂ ਮਿਲਾ ਕੇ ਵੇਖੇ ਵੀ ਇਹਨਾਂ ਨਾਲ ਵੀ ਸੋਨਾ ਲੱਗਾ ਹੋਇਆ ਤੇ ਇਹਨਾਂ ਨਾਲ ਵੀ ਸੋਨਾ ਲੱਗਾ ਹੋਇਆ, ਹੋਰ ਕਿਸੇ ਦੇ ਤੀਰਾਂ ਦੇ ਨਾਲ ਸੋਨਾ ਨਹੀਂ ਸੀ। ਤੇ ਖੁਸ਼ ਹੋ ਗਿਆ ਬਹਾਦਰ ਸ਼ਾਹ, ਤੇ ਫਿਰ ਪ੍ਰਸੰਨ ਹੋ ਕੇ ਖੁਸ਼ ਹੋ ਕੇ ਮਹਾਰਾਜ ਸਾਹਿਬ ਜੀ ਦੀ ਸਿਫਤ ਕਿਵੇਂ ਕਰਦਾ ਹੈ। ਇੱਥੋਂ ਅੱਗੇ ਲੜੀਵਾਰ ਗਾਥਾ ਚੱਲਦੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਧਿਆਨ ਧਰਦਿਆਂ ਹੋਏ ਆ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹਾਦਰ ਸ਼ਾਹ ਬੇਨਤੀ ਕਰਦਾ ਵੀ ਇਹ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਸਰਬ ਕਲਾ ਸਮਰੱਥ ਹੋ, ਜੋ ਕਰਨਾ ਚਾਹੋ ਕਰਨ ਦੀ ਸਮਰੱਥਾ ਆਪ ਜੀ ਦੇ ਵਿੱਚ। ਆਪ ਜੀ ਗੁਣਾਂ ਦੇ ਖਜ਼ਾਨੇ ਹੋ। ਸਾਰੇ ਸੰਸਾਰ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੇ ਬਰਾਬਰ ਕੋਈ ਵੀ ਨਹੀਂ ਹੈ। ਮਹਾਰਾਜ ਮੇਰਾ ਮਨ ਇਹ ਮਹਿਮਾ ਜਾਣਦਾ ਹੈ ਆਪ ਜੀ ਦੀ, ਐਸੀ ਮਹਾਨ ਆਪ ਜੀ ਦੀ ਮਹਿਮਾ ਹੈ। ਮੈਨੂੰ ਆਪ ਜੀ ਨੇ ਰਾਜ ਤੇ ਸਾਰਾ ਸਾਜੋ ਸਮਾਨ ਵੱਡਾ ਬਖਸ਼ਿਸ਼ ਕੀਤਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਹੁਣ ਇਹ ਦਿੱਲੀ ਸ਼ਹਿਰ ਚਾਹੁੰਦਾ ਹੈ ਵੀ ਤੂੰ ਹੁਣ ਗੁਰੂ ਘਰ ਦੇ ਨਾਲ ਸਾਬਤ ਰਹਿਣਾ ਕਰ। ਭਾਵ ਗੁਰੂ ਘਰ ਦੇ ਨਾਲ, ਸੰਗਤਾਂ ਦੇ ਨਾਲ, ਗੁਰਸਿੱਖਾਂ ਦੇ ਨਾਲ ਪ੍ਰੇਮ ਬਣਾ ਕੇ ਰੱਖੀ। ਹੁਣ ਤੈਨੂੰ ਰਾਜ ਭਾਗ ਦਿਵਾਇਆ ਹੈ, ਤੇ ਇਸ ਕਰਕੇ ਦਿੱਲੀ ਦੇ ਵਿੱਚ ਵੀ ਹੁਣ ਜੋ ਸਾਡੀ ਸਿੱਖ ਸੰਗਤ ਹੈ ਉਹਨਾਂ ਦੇ ਨਾਲ ਵੀ ਪ੍ਰੇਮ ਪਿਆਰ ਬਣਾ ਕਰਕੇ ਰੱਖੀ। ਹੁਣ ਜਿੰਨਾ ਚਿਰ ਤੇਰੀ ਉਮਰ ਹੈ ਬਹਾਦਰ ਸ਼ਾਹ, ਉਹਨਾਂ ਚਿਰ ਤੂੰ ਰਾਜ ਭੋਗ। ਇਸ ਮੌਕੇ ਤੇ ਬਹਾਦਰ ਸ਼ਾਹ ਤੇਰਾ ਐਡਾ ਵੱਡਾ ਰਾਜ ਹੈ ਕਿ ਤੇਰੇ ਰਾਜ ਦੇ ਬਰਾਬਰ ਹੋਰ ਕੋਈ ਨਹੀਂ, ਤੇ ਜਿੰਨਾ ਚਿਰ ਤੇਰੀ ਉਮਰ ਹੈ ਤੇ ਉਹਨਾਂ ਚਿਰ ਤੂੰ ਰਾਜ ਭੋਗ। ਫਿਰ ਬਹਾਦਰ ਸ਼ਾਹ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਸੀਸ ਤੇ ਦਮਾਲੇ ਉੱਤੇ ਸਜੀ ਹੋਈ ਕਲਗੀ ਵੇਖੀ ਹੈ ਕਿ ਮਹਾਰਾਜ ਸਾਹਿਬ ਜੀ ਦੀ ਕਲਗੀ ਜਿਹੜੀ ਬਹੁਤ ਸੋਹਣੀ ਹੈ, ਇਹਦੇ ਵਿੱਚ ਹੀਰੇ ਮੋਤੀ ਜਵਾਹਰ ਆਦਿਕ ਜੜੇ ਹੋਏ ਹਨ। ਮਹਾਰਾਜ ਸਾਹਿਬ ਜੀ ਦੀ ਕਲਗੀ ਨੂੰ ਵੇਖ ਕਰਕੇ ਬਹਾਦਰ ਸ਼ਾਹ ਬੋਲਿਆ, ਫਿਰ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ ਵੀ ਇਸ ਤਰ੍ਹਾਂ ਦੀ ਕਲਗੀ ਮੇਰੇ ਕੋਲੇ ਵੀ ਹੈ, ਜਿਸ ਕਲਗੀ ਦੇ ਵਿੱਚ ਲੱਖਾਂ ਦੇ ਕੀਮਤੀ ਜਵਾਹਰ ਆਦਿਕ ਜੜੇ ਹੋਏ ਹਨ, ਤੇ ਜਿਸ ਦੀ ਸੋਭਾ ਜਿਹੜੀ ਉਹ ਬੜੀ ਜ਼ਾਹਰ ਪ੍ਰਤੱਖ ਤੌਰ ਤੇ ਜਗਮਗ ਜਗਮਗ ਕਰਦੀ ਹੈ। ਆਪਣੇ ਨਾਲ ਦੇ ਅਹੁਦੇਦਾਰਾਂ ਨੂੰ ਕਹਿਣ ਲੱਗਾ, ਆਪਣੇ ਸਿਪਾਹੀਆਂ ਨੂੰ, ਕਿ ਇਸ ਤਰ੍ਹਾਂ ਦੀ ਜਿਹੜੀ ਕਲਗੀ ਹੈ ਨਾ ਕੀਮਤੀ ਖਜ਼ਾਨੇ ਦੇ ਵਿੱਚ, ਉਹ ਲੈ ਕਰਕੇ ਆਓ, ਤੇ ਨਾਲ ਮਹਾਨ ਕੀਮਤ ਵਾਲੇ, ਵੱਡੀ ਕੀਮਤ ਵਾਲੇ ਦੁਸ਼ਾਲੇ ਤੇ ਬਸਤਰ ਵੀ ਲੈ ਕੇ ਆਓ, ਤੇ ਇੱਕ ਬਹੁਤੇ ਮੁੱਲ ਦੀ ਜਿਹੜੀ ਨਾ ਉਹ ਬੰਦੂਕ ਵੀ ਲੈ ਕਰਕੇ ਆਓ। ਆਮ ਇੱਥੇ ਤਾਂ ਹੋਰ ਇਹਨਾਂ ਅਰਥ ਕੀਤਾ ਹੈ, ਸੋ ਮਹਾਂਪੁਰਖ ਉਹ ਧੁਖਤੁਖੀ ਦਾ ਅਰਥ
ਬੰਦੂਕ ਕਰਾਉਂਦੇ ਹਨ। ਕਹਿਣ ਲੱਗਾ ਬਹਾਦਰ ਸ਼ਾਹ ਵੀ ਇੱਕ ਬੰਦੂਕ ਵੀ ਲੈ ਕਰਕੇ ਆਓ, ਹੁਣੇ ਹੀ ਲੈ ਕਰਕੇ ਆਓ ਤੇ ਦੇਰੀ ਨਾ ਕਰੋ, ਛੇਤੀ ਨਾਲ ਇਹ ਸਾਰੀਆਂ ਵਸਤੂਆਂ ਲੈ ਕੇ ਆਓ। ਬਹਾਦਰ ਸ਼ਾਹ ਦੀ ਇਹ ਗੱਲ ਸੁਣ ਕੇ ਖਜ਼ਾਨਚੀ ਗਿਆ ਤੇ ਛੇਤੀ ਜਾ ਕਰਕੇ ਸਾਰਾ ਕੁਝ ਲੈ ਆਇਆ। ਬਹਾਦਰ ਸ਼ਾਹ ਨੇ ਆਪਣੇ ਹੱਥਾਂ ਵਿੱਚ ਲੈ ਕਰਕੇ ਤੇ ਗੁਰੂ ਸਾਹਿਬ ਜੀ ਨੂੰ ਇਹ ਭੇਟਾ ਦਿੱਤੀ, ਇੱਕ ਕੀਮਤੀ ਕਲਗੀ ਨਾਲ ਦੁਸ਼ਾਲੇ ਨਾਲ ਬਸਤਰ ਤੇ ਇਸੇ ਤਰ੍ਹਾਂ ਇੱਕ ਬੰਦੂਕ ਭੇਟ ਕੀਤੀ। ਮਹਾਰਾਜ ਸਾਹਿਬ ਜੀ ਦੇ ਅੱਗੇ ਰੱਖ ਕਰਕੇ ਫਿਰ ਬੇਨਤੀ ਕਰਦਾ ਹੈ, ਮਹਾਰਾਜ ਹੁਣ ਹਾੜ ਦਾ ਮਹੀਨਾ ਹੈ ਤੇ ਅੱਤ ਦੀ ਗਰਮੀ ਹੈ, ਮਹਾਰਾਜ ਤਪਸ਼ ਬਹੁਤ ਹੈ ਤੇ ਅੱਗੇ ਸਾਉਣ ਆਉਣ ਵਾਲਾ ਹੈ, ਸਾਉਣ ਦਾ ਮਹੀਨਾ, ਹੁਣ ਅੱਤ ਦੀ ਗਰਮੀ ਹੈ, ਅੱਗੇ ਬਰਸਾਤ ਦੀ ਰੁੱਤ ਆਉਣ ਵਾਲੀ ਹੈ। ਇਸ ਕਰਕੇ ਵਰਖਾ ਰੁੱਤ ਬਹੁਤ ਨਿਕਟ ਨਿਆਰੀ, ਇਹ ਵਰਖਾ ਦੀ ਜਿਹੜੀ ਰੁੱਤ ਬਹੁਤੀ ਨੇੜੇ ਹੈ, ਥੋੜੇ ਦਿਨਾਂ ਨੂੰ ਮਹਾਰਾਜ ਸਾਉਣ ਦਾ ਮਹੀਨਾ ਸ਼ੁਰੂ ਹੋ ਜਾਣਾ ਹੈ। ਤੇ ਰਸਤੇ ਤੇ ਇਹ ਚੱਲਣ ਦੇ ਵਿੱਚ ਰੁਕਾਵਟ ਹੋਵੇਗਾ, ਵਰਜਿਆ ਜਾਵੇਗਾ, ਭਾਵ ਸਾਉਣ ਦੇ ਵਿੱਚ ਮੀਂਹ ਪੈਣ ਦੇ ਨਾਲ ਰਸਤੇ ਕੱਚੇ ਹੁੰਦੇ ਸੀ, ਉਹਨਾਂ ਦਿਨਾਂ 'ਚ ਪਾਣੀ ਭਰ ਜਾਂਦਾ ਸੀ, ਮਾਰੇ ਰੋਕ ਪਵੇਗੀ ਰਾਹ ਦੇ ਵਿੱਚ। ਇਸ ਕਰਕੇ ਇਸ ਰੁੱਤ ਵਿੱਚ ਤਾਂ ਮਹਾਰਾਜ ਕੋਈ ਵੀ ਸਫ਼ਰ ਨਹੀਂ ਕਰਦਾ, ਸਾਰੇ ਆਪੋ ਆਪਣੇ ਥਾਵਾਂ ਤੇ ਟਿਕ ਜਾਂਦੇ ਹਨ। ਨਾਨਕ ਸਾਵਣ ਜੇ ਵਸੈ ਚਾਹੋ ਵੇ ਛੋੜਾ ਹੋਏ, ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ। ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਵੀ ਇਹ ਖਿਆਲ ਦਿੱਤਾ ਕਿ ਸਾਉਣ ਦੇ ਮਹੀਨੇ ਦੇ ਵਿੱਚ ਵੀ ਫੇਰ ਕੱਚੇ ਰਸਤੇ ਹੁੰਦੇ ਸੀ ਪਿਛਲੇ ਸਮੇਂ ਵਿੱਚ, ਤੇ ਬਹੁਤੀ ਵਰਖਾ ਬਹੁਤਾ ਮੀਂਹ ਪੈਂਦਾ ਹੁੰਦਾ ਸੀ ਸਾਉਣ ਮਹੀਨੇ ਦੇ ਵਿੱਚ, ਝੜੀਆਂ ਲੱਗਦੀਆਂ ਸੀ। ਇਸ ਕਰਕੇ ਬਹਾਦਰ ਸ਼ਾਹ ਵੀ ਬੇਨਤੀ ਕਰਦਾ ਕਿ ਮਹਾਰਾਜ ਸਾਰੇ ਇਸ ਰੁੱਤ ਦੇ ਵਿੱਚ ਆਪੋ ਆਪਣੇ ਥਾਂ ਤੇ ਟਿਕ ਜਾਂਦੇ ਹਨ। ਮਹਾਰਾਜ ਇਸ ਕਰਕੇ ਮੈਂ ਵੀ ਆਪ ਜੀ ਦੇ ਅੱਗੇ ਅਰਜ਼ ਕਰਦਾ ਹਾਂ, ਮੇਰੀ ਆਪ ਕਿਰਪਾ ਕਰਕੇ ਅਰਜ਼ ਮੰਨ ਲਵੋ, ਬੇਨਤੀ ਮੰਨ ਲਵੋ। ਮਹਾਰਾਜ ਤੁਸੀਂ ਵੀ ਹੁਣ ਇਸ ਰੁੱਤ ਦੇ ਵਿੱਚ ਇੱਥੇ ਹੀ ਪੜਾ ਕਰ ਲਵੋ, ਮੇਰੇ ਕੋਲੇ ਆਗਰੇ ਦੇ ਵਿੱਚ। ਆ ਸਾਉਣ ਭਾਦਰੋਂ ਦੇ 2 ਮਹੀਨਿਆਂ ਦੀ ਜਿਹੜੀ ਇਹ ਰੁੱਤ ਹੈ ਮਹਾਰਾਜ, ਇਹਦੇ ਵਿੱਚ ਆਪ ਜੀ ਕਿਰਪਾ ਕਰਕੇ ਇੱਥੇ ਆਗਰੇ ਹੀ ਪੜਾ ਕਰ ਲਓ। ਤੇ ਇੱਥੇ ਨਾਲੇ ਮਹਾਰਾਜ ਮੇਰੇ ਵੀ ਇਹ ਦਰਸ਼ਨਾਂ ਦੀ ਭਾਵਨਾ ਹੈ, ਮੇਰੇ ਅੰਦਰ ਗਰਜ ਹੈ, ਆਪ ਜੀ ਦੇ ਮੈਂ ਦਰਸ਼ਨ ਕਰਦਾ ਰਹਾਂਗਾ। ਮਹਾਰਾਜ ਆਪ ਕਿਰਪਾ ਕਰਕੇ ਚਮਾਸਾ ਸਾਉਣ ਤੇ ਭਾਦਰੋਂ ਦੇ ਇਹ 2 ਮਹੀਨੇ ਵਰਸਾ ਦੀ ਰੁੱਤ ਆਪ ਕਿਰਪਾ ਧਰ ਕੇ ਇੱਥੇ ਹੀ ਵਸੋ ਮਹਾਰਾਜ, ਕਿਉਂਕਿ ਜਿਸ ਵੇਲੇ ਇਹ ਮੀਂਹ ਪਾਣੀ ਚੋਂਦਾ ਆਕਾਸ਼ ਦੇ ਵਿੱਚੋਂ ਉਹਨੂੰ ਚੋਮਾਸਾ, ਚੋਣ ਵਾਲੇ ਮਾਸ ਮਹੀਨੇ, ਜਿਸ ਵੇਲੇ ਬੱਦਲਾਂ ਵਿੱਚੋਂ ਪਾਣੀ ਚੋਂਦਾ ਹੈ, ਮੀਂਹ ਪੈਂਦਾ ਹੈ, ਇਹ ਚਮਾਸੇ ਦੀ ਰੁੱਤ ਮਹਾਰਾਜ ਇੱਥੇ ਆਪ ਕਿਰਪਾ ਕਰਕੇ ਠਹਿਰ ਜਾਓ। ਫਿਰ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਮਿਲ ਕਰਕੇ ਆਪ ਹੋਰ ਥਾਂ ਤੇ ਜਿੱਥੇ ਵੀ ਆਪ ਜੀ ਨੇ ਕਿਰਪਾ ਕਰਨੀ ਜਾਣਾ ਹੈ ਉੱਥੇ ਆਪ ਜੀ ਜਾਇਓ। ਮਹਾਰਾਜ ਇਹ ਭੇਟ ਅਰਪਣ ਕੀਤੀ, ਇਹਨੂੰ ਆਪ ਜੀ ਪ੍ਰਵਾਨ ਕਰ ਲਓ, ਅੰਗੀਕਾਰ ਗ੍ਰਹਿਣ ਕਰ ਲਵੋ। ਤੇ ਮੈਨੂੰ ਮਹਾਰਾਜ ਆਪਣਾ ਜਾਣ ਕੇ ਸੰਭਾਲ ਲਓ ਜੀ, ਮੇਰੀ ਰੱਖਿਆ ਕਰੋ। ਦਰਵਾਜ਼ੇ ਦੇ ਨੇੜੇ ਮਹਾਰਾਜ ਸਾਹਿਬ ਜੀ ਦਾ ਸਿੰਘ ਭਾਈ ਸਾਹਿਬ ਸਿੰਘ ਖਲੋਤੇ ਹੋਏ ਸਨ, ਤੇ ਸਤਿਗੁਰੂ ਜੀ ਨੇ ਭਾਈ ਸਾਹਿਬ ਸਿੰਘ ਜੀ ਨੂੰ ਬੁਲਾਇਆ ਹੈ ਆਪਣੇ ਪਾਸ ਇਸ਼ਾਰਾ ਕਰਕੇ। ਮਹਾਰਾਜ ਸਾਹਿਬ ਜੀ ਨੇ ਨੇਤਰਾਂ ਦਾ ਇਸ਼ਾਰਾ ਕਰਕੇ ਭਾਈ ਸਾਹਿਬ ਸਿੰਘ ਨੂੰ ਸਮਝਾਇਆ ਹੈ ਵੀ ਆ ਜੋ ਇਹਨੇ ਭੇਟ ਅਰਪਣ ਕੀਤੀ ਹੈ ਬਹਾਦਰ ਸ਼ਾਹ ਨੇ, ਚੁੱਕ ਲਵੋ। ਮਹਾਰਾਜ ਨੇ ਨੇਤਰਾਂ ਦਾ ਇਸ਼ਾਰਾ ਕਰ ਦਿੱਤਾ ਵੀ ਆ ਭੇਟਾ ਜੋ ਅਰਪਣ ਕੀਤੀ ਆ ਤੇ ਸਾਂਭ ਲਓ। ਤੇ ਭਾਈ ਸਾਹਿਬ ਸਿੰਘ ਜੀ ਨੇ ਫਿਰ ਉਹ ਸਾਰੀ ਭੇਟਾ ਕਲਗੀ, ਬਸਤਰ, ਦੁਸ਼ਾਲੇ, ਬੰਦੂਕ ਉਹ ਫੜ ਲਈ ਹੈ। ਇਸ ਤਰ੍ਹਾਂ ਪੇਟੀ ਜਿਹੜੀ ਉਹ ਕਹਿੰਦੇ ਵੀ ਚਿਲਕਤ ਲਿਸ਼ਕਦੀ ਹੈ, ਕਲਗੀ ਵੀ ਲਿਸ਼ਕਦੀ ਹੈ। ਭਾਈ ਸਾਹਿਬ ਸਿੰਘ ਜੀ ਨੇ ਚੁੱਕ ਲਏ ਹਨ, ਨਾਲ ਧੁੱਕ ਧੁੱਕੀ ਬੰਦੂਕ ਜਿਹੜੀ ਹੈ ਉਹ ਵੀ ਚੁੱਕ ਲਈ ਹੈ।
इस तरह महाराज जी ने बहादुर शाह उत्ते खुशी की है ते उहदे मंदिर दे विचों उहदे मकान दे विचों बाहर आ गए महलों चों। कलगीधर पातशाह अगे अगे जा रहे आ ते भाई साहिब सिंह जी पिछे पिछे नाल जा रहे हैं। इत्थे भी जिक्र आया भी भाई साहिब सिंह जी नूं दरवाजे दे कोले खिलारिया महाराज साहिब जी उत्थे खलोते सन। बाकी ਸਿੰਘਾਂ ਨੂੰ ਵੇਖੋ बाहर घोड़ियां ते सवार खिलारिया। ਭਾਵੇਂ महाराज साहिब जी किन्नी सावधानी दे नाल इहदे कोले फिर भी गए आ, सावधानी दे नाल भी इत्थे जिक्र आया भी साहिब सिंह नूं दरवाजे दे कोलों इशारा कीता भी आ जा। महाराज साहिब बाकी ਸਿੰਘਾਂ ਨੂੰ अंदर नहीं लैके बाकियां नूं कहा भी तुसीं घोड़ियां ते सवार ही रहो ते बाहर रहो। हुण इहदा की कारण आ, ये गुरु अंतरजामी सतगुरु आप जाणदे, गरीब नवाज सच्चे पातशाह। इस करके हुण ये दरवाजे कोलों भाई साहिब सिंह जी नूं इशारा करके ते महाराज साहिब जी ने बहादुर शाह दी ये भेटा चुकवाई आ ते सतगुरु महाराज अगे अगे चले आ ते भाई साहिब सिंह जी पिछे पिछे जा रहे हैं। फिर महाराज जी अपने घोड़े ते सवार हो गए। बाहर गुरु साहिब जी का घोड़ा खलोता सी, भाई साहिब सिंह जी का घोड़ा भी बाहर ते अपने अपने घोड़े ते सवार होके चल पए। ਜਿਹੜੇ ਘੋੜਿਆਂ ਤੇ ਚੜੇ ਹੋਏ ਬਾਹਰ ਖਲੋਤੇ ਸਿੰਘ ਸੀ ਉਹਨਾਂ ਨੇ ਵੀ ਆਪਣੇ ਘੋੜੇ ਸੰਭਾਲੇ ਤੇ ਨਾਲ ਚੱਲ ਪਏ, ਮਿਲ ਪਏ ਮਹਾਰਾਜ ਦੇ। ਹੌਲੀ ਹੌਲੀ ਚੱਲ ਕਰਕੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਆ ਗਏ ਉੱਥੇ ਜਿੱਥੇ ਪੜਾਅ ਕੀਤਾ ਸੀ। ਬਾਗ ਦੇ ਵਿੱਚ ਬਹੁਤੇ ਦਰਖਤ ਹਨ। महाराज साहब जी उतर पे आ ते बाग वेखण लग पे। कलगीधर पातशाह जो माली ने बहुत सोहनी रीत दे नाल बाग नूं सुधारिया होया सी। कई तरह दे उत्थे क्योंकि बाग आखे ही उन्होंने जांदा जिहदे विच कई तरह दे दरख्त होण तां कई तरह दे दरख्त हन। फलदार वृक्ष आड़ू आ, अंब है, अनार अलौकिक तरह दे। इस तरह केलियां दे भी बूटे आ, कटल भी आ ते महाराज मालक सतगुरु जी वेख रहे हैं बाग नूं। इसे तरह अंजीर दे दरख्त वा, तूत बिदाना नाम का दरख्त है। चंपक दे भी हन ते नालकेल नालिएर दी भी भीड़ है। नालिएर दे भी दरख्त लैना ला ला के लाए हुए हन। ते इसे तरह राए बेल ते चंबेली खिड़ी हुई है। कहते भी बहुतियां इस तरह लैना पंक्तियां बना बना के लाए हुए है ते निता प्रति जिन्हां नूं पानी मिलता है। ये जमुना के कंढे दे उत्ते बाग शोभा पाउंदा है। नाना प्रकार के इत्थे फलदार वृक्ष भी है, फुल्लां वाले भी है। फलां फुल्लां दे सहित शोभ रहा है। बहुत सुख देने वाली संघनी छाया सुंदर बाग है। भली प्रकार कहंदे भी जी नूं खुशी दिंदा है। ਜਿਹੜਾ भी बाग ਵਿੱਚ ਜਾਂਦਾ ना ਉਹਦਾ जी भली प्रकार प्रसन्न हो जाता है। शोभा वाले प्रभु धन गुरु गोबिंद सिंह महाराज साहब जी कई बारी ਜਿਹੜਾ अंदर मकान बनया होया है उस मकान ਦੇ ਵਿੱਚ बैठ ਜਾਂਦੇ ਆ। कई बारी दरख्तां ਦੀ ਛਾਂ ਹੇਠਾਂ बैठते ਹਨ। इस तरह बैठ करके विराजमान ਹੁੰਦੇ ਆ ਤੇ ਸਮਾਂ ਬਤੀਤ ਕੀਤਾ है। ਤੇ ਇਹ ਨਗਰ ਜਿਹੜਾ ਹੈ ਆਗਰਾ ਸ਼ਹਿਰ ਇੱਥੋਂ ਦੀ ਵੱਡੀ ਭਾਰੀ ਗਿਣਤੀ ਵਿੱਚ ਸੰਗਤ ਹੈ ਗੁਰੂ ਘਰ ਦੀ। ਕਿਉਂਕਿ ਸਿੱਖੀ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਾਰੇ ਇਲਾਕਿਆਂ ਵਿੱਚ ਪ੍ਰਗਟ ਕਰ ਦਿੱਤੀ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿੱਖ ਤਾਂ ਹਰੇਕ ਸ਼ਹਿਰ ਵਿੱਚ ਹਰੇਕ ਦੇਸ਼ ਵਿੱਚ ਵਸਦਾ। पर चौथे पातशाह के मौके पर भाई साहब भाई गुरदास साहब जी ने विशेष करके आगरे दे विच सिक्खी का प्रचार किया। धन श्री गुरु रामदास साहब महाराज साहब जी के समय
ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਮੌਕੇ ਤੇ ਵੀ ਸਿੱਖੀ ਬਹੁਤ ਵਧੀ ਸੀ ਆਗਰੇ ਦੇ ਵਿੱਚ। ਇਸ ਕਰਕੇ ਆਗਰੇ ਸ਼ਹਿਰ ਵਿੱਚ ਵੱਡੀ ਭਾਰੀ ਗਿਣਤੀ ਵਿੱਚ ਸੰਗਤ ਰਹਿੰਦੀ ਹੈ। ਹੁਣ ਕਲਗੀਧਰ ਪਾਤਸ਼ਾਹੀ ਦਾ ਜਿਸ ਵੇਲੇ ਆਉਣਾ ਸੁਣਿਆ ਹੈ, ਉਹ ਵੱਡੀ ਭਾਰੀ ਗਿਣਤੀ ਵਿੱਚ ਸੰਗਤ ਨੇ, ਸੰਗਤਾਂ ਦੇ ਜਥੇ ਆਉਂਦੇ ਆ ਸ਼ਹਿਰ ਦੇ ਵਿੱਚੋਂ, ਬਾਗ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਦਰਸ਼ਨ ਕਰਦੇ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ। ਜਿੱਥੇ ਰੋਜ਼ ਸੰਗਤ ਆਉਂਦੀ ਉੱਥੇ ਇੱਕ ਦਿਨ ਇੱਕ ਸਿੱਖ ਭਾਈ ਜੜੀਆ ਆਇਆ, ਸੁਨਿਆਰਾ ਹੈ ਭਾਈ ਜੜੀਆ। ਇਹ ਕਹਿੰਦੇ ਵੀ ਆਪਣੇ ਕੰਮ ਕਾਜ ਵਿੱਚ ਬੜਾ ਸਿਆਣਾ ਹੈ ਤੇ ਬਹੁਤ ਧਨਵਾਨ ਹੈ। ਇਹ ਸੁਨਿਆਰਾ ਸਿੱਖ ਭਾਈ ਜੜੀਆ ਆਪਣੇ ਪਰਿਵਾਰ ਸਮੇਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਦੇ ਉੱਤੇ ਆ ਕਰਕੇ ਭਾਈ ਜੜੀਏ ਨੇ ਸੀਸ ਨਵਾਇਆ, ਨਮਸਕਾਰ ਕੀਤੀ। ਹੋਰ ਵੀ ਸੰਗਤਾਂ ਬੇਨਤੀ ਆਈਆਂ ਤੇ ਭੇਟਾਵਾਂ ਦੇ ਢੇਰ ਹੀ ਲੱਗ ਗਏ ਮਹਾਰਾਜ ਸਾਹਿਬ ਜੀ ਦੇ ਅੱਗੇ, ਜੋ ਸੰਗਤਾਂ ਨੇ ਅਰਪਣ ਕੀਤੀਆਂ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਭੇਟਾ ਅਰਪਣ ਕਰਕੇ ਤੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਸੰਗਤਾਂ। ਜਦੋਂ ਮਹਾਰਾਜ ਸਾਹਿਬ ਜੀ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਖੁਸ਼ੀ ਕੀਤੀ ਇਸ ਸਿੱਖ ਦੇ ਉੱਤੇ, ਇਹ ਭਾਈ ਜੜੀਆ ਵੀ ਤੇ ਇਹਦੇ ਨਾਲ ਆਈ ਹੋਈ ਬਾਕੀ ਵੀ ਸਾਰੀ ਸੰਗਤ ਮਹਾਰਾਜ ਦੀ ਖੁਸ਼ੀ ਲੈ ਕਰਕੇ ਗੁਰੂ ਜੀ ਦੇ ਦਰਸ਼ਨ ਕਰਕੇ ਆਪੋ ਆਪਣੇ ਘਰਾਂ ਨੂੰ ਗਈ। ਹੁਣ ਇੱਕ ਦਿਨ ਨੌਨਿਤ ਨਾਮ ਦਾ ਖੱਤਰੀ ਆਇਆ, ਜਿਹਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਈਆਂ। ਸਮੂਹ ਸੰਗਤਾਂ ਨੂੰ ਨਾਲ ਲੈ ਕਰਕੇ ਇਹ ਨੌਨਿਤ ਦਾ ਖੱਤਰੀ ਜੋ ਆਇਆ ਹੈ, ਇਹਨੂੰ ਕਹਿੰਦੇ ਭੰਡਾਰੀ ਵੀ ਕਿਹਾ ਜਾਂਦਾ ਸੀ। ਇਹਦਾ ਨਾਮ ਨੌਨਿਤ ਹੈ, ਨੌਨਿਧਾ ਵੀ ਇਹਨੂੰ ਕਿਹਾ ਜਾਂਦਾ ਸੀ ਤੇ ਇਸ ਨੂੰ ਭੰਡਾਰੀ ਵੀ ਕਿਹਾ ਜਾਂਦਾ ਸੀ। ਤੇ ਸਹਿਤ ਵਿਵੇਕ, ਇਹ ਬਹੁਤਾ ਪੜ੍ਹਿਆ ਹੋਇਆ ਸੀ। ਇਹਨੇ ਸ਼ਾਸਤਰ ਸਿਮਰਤੀਆਂ ਪ੍ਰਾਣ ਆਦਿਕ ਪੜ੍ਹੇ ਹੋਏ ਸਨ। ਵਿਵੇਕ ਦੇ ਸਹਿਤ, ਗਿਆਨ ਦੇ ਸਹਿਤ ਸੀ, ਬਹੁਤ ਵਿਦਵਾਨ ਸੀ ਇਹ ਭੰਡਾਰੀ, ਜਿਸ ਦੀ ਸੰਗਿਆ ਇਹ ਨੌਨਿਧ ਨਾਮ ਦਾ ਇਹ ਖੱਤਰੀ ਹੈ। ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਲੈ ਕਰਕੇ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਮਹਾਰਾਜ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਭੇਟਾ ਰੱਖ ਕਰਕੇ ਨਾ ਇਹ ਨੌਨਿਧੇ ਖੱਤਰੀ ਨੇ ਨਮਸਕਾਰ ਕੀਤੀ ਹੈ। ਤੇ ਮਹਾਰਾਜ ਸਾਹਿਬ ਜੀ ਨੇ ਆਗਿਆ ਕੀਤੀ ਕਿ ਭਾਈ ਬੈਠ ਜਾਓ। ਸਾਰੀਆਂ ਸੰਗਤਾਂ ਬੈਠ ਗਈਆਂ। ਇਹ ਨੌਨਿਧਾ ਖੱਤਰੀ ਵੀ ਸਾਹਮਣੇ ਬੈਠ ਗਿਆ ਹੈ ਤੇ ਸਾਹਮਣੇ ਬੈਠ ਕੇ ਬੜੇ ਆਨੰਦ ਦੇ ਸਹਿਤ ਹੋ ਕਰਕੇ ਦੋਵੇਂ ਹੱਥ ਜੋੜ ਕਰਕੇ ਫਿਰ ਪੁੱਛਣ ਲੱਗਾ ਬੇਨਤੀ ਕਰਕੇ, ਕਹਿੰਦਾ ਇਹ ਸੋਭਾ ਵਾਲੇ ਪ੍ਰਭੂ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੁਸੀਂ ਪੰਥ ਚਲਾਇਆ, ਤੁਸੀਂ ਖਾਲਸਾ ਪੰਥ ਸਾਜਿਆ ਹੈ। ਮਹਾਰਾਜ ਤੁਸੀਂ ਇਹ ਨਵਾਂ ਹੀ ਪੰਥ ਚਲਾਇਆ ਹੈ, ਤੁਸੀਂ ਮਹਾਰਾਜ ਨਵਾਂ ਹੀ ਬਾਣਾ ਰਚਿਆ ਹੈ ਤੇ ਤੁਸੀਂ ਕੇਸ ਰਖਾਏ ਹੋਏ ਹਨ ਸਾਰੇ ਆਪਣੇ ਸਿੱਖਾਂ ਦੇ। ਇਹ ਕੇਸਾਂ ਧਾਰੀ ਮਹਾਰਾਜ ਪੰਥ ਬਣਾਇਆ ਤੁਸੀਂ, ਫਿਰ ਬਾਣਾ ਤੁਸੀਂ ਮਹਾਰਾਜ ਬਾਣਾ ਪਵਾਇਆ ਹੈ। ਤੁਸੀਂ ਮਹਾਰਾਜ ਪੰਜ ਕਕਾਰ ਬਖਸ਼ਿਸ਼ ਕੀਤੇ ਹਨ। ਇਹ ਕੇਸ, ਕੰਘਾ, ਕੜਾ, ਸਰਬਲੋਧ ਹੱਥ ਵਿੱਚ, ਕਿਰਪਾਨ, ਗਾਤਰੇ, ਤੇੜ, ਕਛਹਿਰਾ, ਇਹ ਆਪ ਜੀ ਨੇ ਬਾਣਾ ਬਖਸ਼ਿਸ਼ ਕੀਤਾ ਮਹਾਰਾਜ ਆਪਣੇ ਸਿੱਖਾਂ ਨੂੰ। ਹੇ ਗੁਰੂ, ਗਰੀਬਾਂ ਨੂੰ ਨਿਵਾਜਣ ਵਾਲੇ, ਮੈਨੂੰ ਮਹਾਰਾਜ ਕਿਰਪਾ ਕਰਕੇ ਦੱਸਣਾ ਕਰੋ ਮਹਾਰਾਜ ਤੁਸੀਂ ਇਹ ਕਾਰਨ ਕੀ ਹੈ, ਕਿਸ ਵਾਸਤੇ ਕੇਸ ਰਖਾਉਂਦੇ ਹੋ? ਇਹ ਕੇਸਾਧਾਰੀ ਤੁਸੀਂ ਪੰਥ ਸਾਜਿਆ ਹੈ ਤੇ ਕੇਸ ਕਾਹਦੇ ਵਾਸਤੇ ਰਖਾਉਂਦੇ ਹੋ? ਇਸ ਤਰ੍ਹਾਂ ਇਹ ਨੌਨਿਧ ਨਾਮ ਦੇ ਖੱਤਰੀ ਦੀ ਬੇਨਤੀ ਸੁਣ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਫਿਰ ਦੱਸਣਾ ਕੀਤਾ। ਸੁਭਾਏ ਮਨ ਮੁਖ ਤੋਂ ਫਰਮਾਏ ਸਤਿਗੁਰੂ ਜੀ,
महाराज कहन लगे नौ निधे तू तो आप बड़ा पढ़िया होया, तू तो बहुते शास्त्र आप विचारे होए हन, तेरी तो सारी उम्र ही लंघ गई पढ़दिया ते सुनदिया, तेनू भी दसना पवेगा कि तू तो सारी उम्र ग्रंथ पढ़दिया ते ग्रंथ सुनदिया लगा दी है, ते ये गत क्यों नहीं तू जानी केसां दे बारे, तैनू क्यों नहीं कोई प्राप्त हुई भी तैनू कोई उपदेश, कोई सलोक, कोई साखी, कोई सिक्ख्या केसां बारे मिली नहीं हुण तक ग्रंथ किसे दे विचों कि इन्ने तू ग्रंथ पढ़िया ते तैनू प्राप्त क्यों नहीं हुई कि जां तू समझी नहीं ये गल। हे नौ निधे ये धर्म रखण दे विच केस तो आदक ये भले हन, चंगे हन। महाराज साहब जी क्योंकि खतरी सी ना, इस करके अपने उन्हें वेद शास्त्र पढ़े हुए आ, ते महाराज साहब जी गल उसे तो ही शुरू की। गरीब नवाज साहब जी कहन लगे भी ब्रह्मा ने भी केस रखे सी, ब्रह्मा दे भी केस सी, ते ब्रह्मा दे पुत्र चारे सनक, सनंदन, सनातन, संत कुमार चार ताए होए, होर भी होए आ, तां ब्रह्मा दे भी पुत्रां दे केस सी ते सनकादक क्योंकि इन्हां नूं शुरू विच मनदे आ ना कि ये आरंभ दे विच हन ब्रह्मा ते फिर ब्रह्मा दे पुत्र, इस करके महाराज कहंदे तां सनकादकां तो चले आउंदे आ, केसाधारी पंथ तां शुरू तो ही चलिया आउंदा भी केस तां उस मौके दे उत्ते भी केस रखे सन, ऋषियां मुनियां ने सारे केसाधारी सन, सारे लोग ही केस रखदे सन। ते जिहड़ा ये भारत खंड देश है ना, ये शुभ देश जो है इस दे विच महाराज कहंदे इस भारत खंड विच तां विशेष धर्म मन्निया जांदा केसाधारी होना। उंज केस तां सारे थावां ते रखे जांदे, पर भारत खंड दे विच विशेष धर्म मन्निया जांदा भी केसां नूं साफ सूरत रहना। इस तरह महाराज का बचन सुन करके नौ निधे ने फिर बेनती की, महाराज जो आप जी कह रहे हो ऐ सच्चियां गल्लां वा, क्योंकि पढ़िया होया सी, उन्हें भी ग्रंथ पढ़े सी कि ब्रह्मा भी केसाधारी, ब्रह्मा दे पुत्र भी केसाधारी, ऋषि मुनि केसाधारी, अवतार पैगंबर केसाधारी सारे होए। ते महाराज साहब जी ने जदों ये गल कीती ते नौ निधा ब्राह्मण कहंदा महाराज जो तुसीं कह रहे हो ऐ सच्चियां गल, सच्चा प्रमाण आप जी दा। महाराज पहला ते सारे केसाधारी हुंदे सी महाराज, पर हुण समा नहीं रह गया केस रखण वाला, हुण नहीं महाराज समा केसाधारी रहण वाला, वो समा नहीं है। कलगीधर पातशाह कहन लगे कि नौ निधिया समा की कहंदा भला, समा की आखदा है। इन्हें कहा मारे हुण समा नहीं गा, उदों ते सारे केसाधारी हुंदे पर हुण समा नहीं, ते मारे कहंदे हुण समा की कहंदा, की आखदा है समा। मारे कहंदे समा कुछ नहीं बदलिया नौ निधिया, ओही सूरज वा, ओही चंद्रमा, ओही पानी है, ओही हवा है, ओही अग है, ओही धरती है, बदलिया दस की है, समा की बदलिया। मारे कहंदे समा कुछ नहीं कहंदा ते ओह कुछ ही आ जो शुरू दे विच सी, पिछले समय विच, पिछले युगां विच, पिछले बीते समय विच सारा कुछ ही ओही, सारे तत्त ओही हन। मारे कहंदे समय नूं कोई दोष किवें कह के दे सकदा है, समय दी कोई गलती नहीं, समय दा कोई दोष नहीं है। मारे कहंदे अपने आप दा ही गुनाह जानना चाहिदा, दोष अपने आप ना ही जानना चाहिए, दोष देना तो अपने आप नूं दिओ, क्योंकि सुभाव आ संसार दा अजकल भी इस तरह होंदियां, कहंदे जी समा नहीं रह गया, समा माड़ा आ गया। मारे कहंदे समा नहीं, समा ओही आ, समा इस तरह ही चलदा, ओहो कुछ ही आ, ओही सूरज, ओही चंद, ओही धरती, ओही हवा, ओही अग, सारा कुछ ही ओ आ। सतगुरु कहंदे समय नूं दोष ना दो, दोष देना ते अपने आप नूं दो, अपने आप दा दोष जानो।
महाराज कहंदे भी सच ये गल कहो कि केस साडे तो नहीं रखे जाते, केस तुसी नहीं रखते, दोष समय ते देंदे हो। कहंदे समा बड़ा माड़ा आ गया जी, की करिए, समा बड़ा माड़ा आ गया। महाराज कहंदे अपने आप नूं कहो भी असीं माड़े हो गए हाँ, समा नहीं माड़ा आया। तो इस तरीके दे नाल हुण भी इंज ही हुंदा ना, जिहदी अपनी हालत डावाडोल, ओह कहंदा भी पंथ नूं आ कुछ हो गया, पंथ नूं कुछ नहीं होया, अपने आप नूं ही होया जो कुछ होया। उस संत बाबा महापुरख संत अतर सिंह जी महापुरखों कोले गया तो उन्हें कहा जी पंथ नूं बड़ा खतरा हो गया। कहंदे पंथ बस खत्म हो चलिया जी पंथ। ते महापुरख कहंदे प्रेमियां भी सवेरे नितनेम करदा हुन्ना, किन्नियां बाणियां पढ़ना सवेरे उठ के, 5 बाणियां पढ़दा हुन्ना। कहंदा नहीं जी 5 बाणियां किथे पढ़ियां जांदियां। कहंदे फिर खतरा कह भी आप नूं होया, पंथ नूं नहीं होया। पंथ किस तरह बनना वा, एक एक करके ही पंथ है। असीं सारे पंथ दे विच ही हाँ, इस करके पंथ नूं कुछ नहीं होना, समय नूं कुछ नहीं होना, जो कुछ होया सानू ही होया वा। कलगीधर पातशाह महाराज साहब कहंदे भाई समय नूं दोष ना दे, अपने आप नूं दोष देना चाहिए। लोग अपनी गलती छुपाउण वास्ते दोष समय नूं दे दिंदे हन। हाँ, क्योंकि केस रखण दी समर्था ही नहीं है, इस करके बहाने बनाउंदे लोग ते दोष जिहड़ा वो समय ते कल्प दिंदे हन, समय ते दे दिंदे आ। ਇਹ ਨੌ ਨਿਧ अगला प्रसंग सुन। ਜਦੋਂ ਅਸੀਂ ਸ੍ਰੀ ਮੁਕਤਸਰ ਸਾਹਿਬ ਜੰਗ ਕੀਤਾ ਸੀ, ਭਾਵ ਖੁਦਰਾਣੇ ਦੀ ਢਾਬ ਤੇ ਜਦੋਂ ਜੰਗ ਕਰਕੇ ਉਹਨੂੰ ਮੁਕਤਸਰ ਸਾਹਿਬ ਬਣਾਇਆ ਸੀ, ਫਿਰ ਅਸੀਂ ਉਧਰ ਨੂੰ ਚਲੇ ਗਏ ਜਿੱਧਰਲੇ ਪਾਸੇ ਨਦੀ ਵਗਦੀ ਹੈ। ਜਦੋਂ ਕਸੂਰ ਸ਼ਹਿਰ ਨੇੜੇ ਜੇ ਰਹਿ ਗਿਆ ਸੀ ਉਧਰਲੇ ਪਾਸਿਓਂ, ਉਹ ਕਸੂਰ ਸ਼ਹਿਰ ਦਾ ਜਿਹੜਾ ਮਾਲਕ ਸੀ ਉਹ ਹੁਸੈਨ ਖਾਨ ਸੀ। ਜਦੋਂ ਉਹਨੇ ਸਾਡਾ ਸੁਣਿਆ ਵੀ ਅਸੀਂ ਇਸ ਇਲਾਕੇ ਵਿੱਚ ਆਏ ਆ ਤੇ ਬੜੀ ਛੇਤੀ ਦੇ ਨਾਲ, ਹਾਂਜੀ, ਕਿ ਸਾਡਾ ਜਦੋਂ ਉੱਥੇ ਪਹੁੰਚਣਾ ਸੁਣਿਆ ਤੇ ਤਤਕਾਲਕ ਉਹਨੇ ਛੇਤੀ ਦੇ ਨਾਲ ਫਿਰ ਆਪਣਾ ਇੱਕ ਵਕੀਲ ਭੇਜ ਦਿੱਤਾ ਹੁਸੈਨ ਖਾਨ ਨੇ ਸਾਡੇ ਕੋਲੇ। ਉਹਦਾ ਨਾਂ ਸੀ ਯਾਰ ਮੁਹੰਮਦ। ਮਹਾਰਾਜ ਕਹਿੰਦੇ ਵੀ ਉਹ ਹੁਸੈਨ ਖਾਨ ਦਾ ਭੇਜਿਆ ਹੋਇਆ ਵਕੀਲ ਚੰਗੇ ਸੁਭਾਅ ਵਾਲਾ ਸੀ, ਸੁਸ਼ੀਲ ਚੰਗੇ ਸੁਭਾਅ ਵਾਲਾ ਸੀ। ਉਹਦਾ ਸੁਭਾਅ ਚੰਗਾ ਸੀ, ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਸਤਿਗੁਰੂ ਆ ਜਿਹਦਾ ਚੰਗਾ ਸੁਭਾਅ ਉਹਦਾ ਚੰਗਾ ਹੀ ਆਖਿਆ ਮਹਾਰਾਜ ਨੇ, ਜਿਹਦਾ ਮਾੜਾ ਉਹਨੂੰ ਮਾੜਾ ਆਖਿਆ। ਜਿਸ ਵਿੱਚ ਭਾਵੇਂ ਕੋਈ ਦੁਸ਼ਮਣ ਵੀ ਆ ਉਹਦੇ ਵਿੱਚ ਵੀ ਜੇ ਕੋਈ ਗੁਣ ਸੀ ਤੇ ਉਹ ਗੁਣ ਦਾ ਵੀ ਜ਼ਿਕਰ ਕੀਤਾ ਮਹਾਰਾਜ। ਸਤਿਗੁਰੂ ਕਹਿੰਦੇ ਵੀ ਹੁਸੈਨ ਖਾਨ ਨੇ ਆਪਣਾ ਵਕੀਲ ਸਾਡੇ ਕੋਲੇ ਭੇਜਿਆ, ਯਾਰ ਮੁਹੰਮਦ ਉਹਦਾ ਨਾਂ ਸੀ ਤੇ ਸੁਸ਼ੀਲ ਸੀ, ਚੰਗੇ ਸੁਭਾਅ ਵਾਲਾ ਸੀ। ਤੇ ਉਹ ਹੁਸੈਨ ਖਾਨ ਦਾ ਖਤ ਲੈ ਕਰਕੇ ਸਾਡੇ ਕੋਲੇ ਆ ਗਿਆ। ਅਸਲ ਵਿੱਚ ਮਹਾਰਾਜ ਕਹਿੰਦੇ ਜਿਹੜਾ ਹੁਸੈਨ ਖਾਨ ਸੀ ਨਾ, ਉਹਨੇ ਆਪਣੀ ਚਿੱਠੀ ਦੇ ਕਰਕੇ ਸਾਡੇ ਕੋਲੇ ਭੇਜਿਆ ਤੇ ਉੱਤੋਂ ਲਿਖਿਆ ਸੀ ਵੀ ਮੈਂ ਮੇਲ ਕਰਨਾ ਚਾਹੁੰਦਾ ਤੁਹਾਡੇ ਨਾਲ। ਅਸਲ ਵਿੱਚ ਉਂਝ ਹੀ ਡਰਦਾ ਸੀ ਵੀ ਕਿਤੇ ਇੱਧਰ ਨੂੰ ਮਹਾਰਾਜ ਖਾਲਸੇ ਦੀ ਫੌਜ ਲੈ ਕੇ ਹਮਲਾ ਨਾ ਕਰ ਦੇਣ ਕਸੂਰ ਤੇ ਮੈਨੂੰ ਨਾ ਨੱਪ ਲੈਣ। ਤੇ ਉਹਨੇ ਮੇਲ ਕਰਨ ਵਾਸਤੇ ਭੇਜਿਆ ਇਹਨੂੰ, ਵਕੀਲ ਨੂੰ ਵਿੱਚ ਵਿਚੋਲਗੀ ਕਰਨ ਵਾਸਤੇ, ਗੱਲਬਾਤ ਕਰਨ ਵਾਸਤੇ। ਤੇ ਉਹ ਚਿੱਠੀ ਲਿਖ ਕੇ ਭੇਜੀ, ਪਰ ਅੰਦਰ ਕਪਟ ਸੀ, ਅੰਦਰ ਕਪਟ ਸੀ ਉਹਦੇ ਹੁਸੈਨ ਖਾਨ ਦੇ। ਅੰਦਰੋਂ ਨਹੀਂ ਸੀ ਮੇਲ ਕਰਨਾ ਚਾਹੁੰਦਾ। ਮੇਲ ਕਪਟ ਕੋ ਚਾਹਤ ਠਾਨਿਓ, ਕਪਟ ਦਾ ਮੇਲ ਕਰਨਾ ਚਾਹੁੰਦਾ ਸੀ, ਕਪਟੀ ਸੀ ਅਸਲ ਵਿੱਚ ਉਹ। ਤੇ ਅੰਦਰ ਉਹਦੀ ਜਿਹੜੀ ਹਾਲਤ ਸੀ ਉਹ ਇਹ ਸੀ ਵੀ ਇਹ ਜਿਹੜਾ ਯਾਰ ਮੁਹੰਮਦ ਹੈ ਨਾ, ਇਹ ਜਾ ਕੇ ਗੁਰੂ ਕੀ ਫੌਜ ਵਿੱਚ ਰਹੇਗਾ ਤੇ ਮੈਨੂੰ ਜਸੂਸੀ ਦੇਵੇਗਾ, ਉੱਥੋਂ ਦੀ ਸਾਰੀ ਖਬਰਸਾਰ ਮੇਰੇ ਕੋਲੇ ਪਹੁੰਚਾਉਂਦਾ ਰਹੇਗਾ। ਮਹਾਰਾਜ ਕਹਿੰਦੇ ਵੀ ਇਸ ਤਰੀਕੇ ਨਾਲ ਅੰਦਰ ਕਪਟ ਰੱਖ ਕਰਕੇ ਹੁਸੈਨ ਖਾਨ ਨੇ ਆਪਣਾ ਵਕੀਲ ਯਾਰ ਮੁਹੰਮਦ ਸਾਡੇ ਕੋਲੇ ਭੇਜਿਆ ਤੇ ਸਾਡੇ ਕੋਲੇ ਪਹੁੰਚ ਗਿਆ ਸਾਡੀ ਖਬਰਸਾਰ ਲੈਣ ਵਾਸਤੇ।
महाराज कहते असीं उहदा पाज जिहा जान लिया भी उत्तों मेल की गल करदा ते अंदरों साडी जसूसी करन वास्ते आया है, असीं उहदे अंदर की गल जानी। ते महाराज कहते असीं आख्या भी साडे नाल वकालत दा काहदा काम बई, साडे नाल काहदी वकालत करनी है। इस करके असीं ओ यार मुहम्मद नूं आख्या भी तेरा साडे कोल रहना व्यर्थ ही आ, एवें व्यर्थ अपना समा गवावेगा, साडी तू जसूसी की करनी आ। भी जसूसी ते तां करे भी असीं अंदर होर कुछ करदे होईए ते बाहर होर कुछ करदे होईए, साडा ते अंदरों बाहरों इक्को ही आ काम। इस करके जसूसी ते ओहदी करेगा ना जिन्हों नाले कोई खतरा। इसे तरह औरंगजेब ने भी एक जसूस भेजिया सी आनंदपुर साहब, वो बड़ा चिर रहा सी उत्थे, रोज़ ते लिख लिख के भेजदा रहा। आ हुण विसाखी का दिहाड़ा आउण वाला साध संगत जी, परसों खालसा साजना दिवस आ, ते ओ जसूस ने भी उस दिन अमृत छक लिया सी। फिर उन्हें वेख्या सी सामने जदों महाराज साहब जी ने पंजां दे सिर लए, फिर जदों महाराज साहब जी ने सरबलोह दा बाटा ते सरबलोह दा खंडा लिया, माता अजीत कौर जी ने विच पतासे पाए। कई ये गल कहिंदे कि माता साहब कौर जी ने, पर माता साहब कौर जी 1 साल बाद विच आए गुरु साहब जी के पास। माता जीतो जी ने पतासे पाए, फिर उन्होंने अमृत छके, उन्हों का नाम अजीत कौर होया। वो जदों सामने फिर पंजां दे महाराज ने एक एक करके सिर मंगिया, तो सिर महाराज ने लए झटकाए, धड़ तो वखरे कर दिते। जदों भाजड़ा भी पै गई सी, ज्ञानी ज्ञान सिंह जी ने लिखा जोश कऊए कुणके के भाज गए एक ठुणके से। जदों सिर मंगे उत्थे कौन ठहरदा। फिर एक एक करके पंजां सिखां ने सिर जदों दिते, तो जसूसी जिहड़ा रोज़ करदा सी लिख के रिपोर्ट भेजदा सी औरंगजेब बादशाह नूं, उहने सारा कुछ वेखिया। फिर महाराज ने पंजां नूं सिर जोड़ करके उन्हां नूं सुरजीत करके मुरदियां च जाना पा के खंडे बाटे का अमृत छका के, ते महाराज ने जदों अमृत छकाया तो फिर खालसे साज दिता, पंजां तो आप छकिया। हुणे भाई साहब जी शब्द कीर्तन करके गए हैं, वाह वाह गोबिंद सिंह आपे गुर चेला। तो सतगुरु गरीब नवाज साहब जी ने जदों ये कौतक रचिया, फिर उन्हें वो सारा साध संगत जी वेरवा लिख के भेजा, तो वो लिखिया भी औरंगजेब मेरी आखिरी रिपोर्ट वा। मैं वेख्या सामने गुरु गोबिंद सिंह ने 5 सिखां दे सिर वढ़ दिते, वो लिखदा वा अबू तरानी। तां उन्हें उस तरीके नाल फारसी च लिख के उत्थे भेजिया। उन्हें कहा भी फिर महाराज साहब जी ने इस तरह, वो लिखदा भी एक कड़ाही लई बिना कुंडियां तो, वो सरबलोह ने बाटे नूं कहंदा बिना कुंडियां तो कड़ाही लई, ते उहदे विच फिर खंडा लै करके उहदे च जल पा करके उहदे च पतासे पाए, उत्थे महाराज ने फेरिया, ते फिर महाराज साहब जी ने आबे हयात पियाया। वो अमृत नूं आबे हयात कहंदा, वो जल जिहड़ा जीवन देण वाला। भाव महाराज साहब जी ने अमृत तैयार करके फिर 5 तो आप पीता, ते कहंदा मैं भी हुण गुरु गोबिंद सिंह जी दे पासों जदों महाराज साहब जी दे कोले लैन च सिख ला के अमृत छक रहे सी, उन्हें भी जदों फिर अमृत मंगिया ते छकिया ना, ते महाराज साहब जी ने नज़र भर के उहदे वल्ले वेखिया, ते वो समझ गया भी महाराज तो पहलों ही जानते ही गरीब नवाज मैनूं, ते सतगुरु सच्चे पातशाह दीयां की जसूसियां करनियां। फिर उहदा नां रखिया सी अबू तरानी दा अजमेर सिंह। अमृत छका के वो जसूसी करन वाला भी अमृत छक के अजमेर सिंह बन गया सी। तां इसे तरह ही इसनूं आखिया महाराज साहब जी ने यार मुहम्मद नूं। सतगुरु कहन लगे भी तेरा व्यर्थ वा साडे कोले रहना, क्योंकि तू की इत्थे वकालत साडे कोले करनी है। इत्थे रह करके तू अपना की काम पूरा कर लवेगा, क्योंकि इत्थे तेनू कोई गल नहीं मिलनी। इत्थे सारी जिहड़ी गल वा यथार्थ है, सब कुछ सही हुंदा है। हाँ जे तू रहना चाहुंदा ना, ते आ दिल दे विच जो रखी बैठा इहनूं पासे करके पधरा करके हिरदा रहे। इत्थे गुरु खालसे संगत दे विच एवें छल कपट जिहा मन च रख के जसूसी करन दे भाव दे नाल ना इत्थे रहे। महाराज साहब दसदे आ नौ निधे नूं कि साडे तो सुन करके फिर वो यार मुहम्मद साडे कोले रह पिया। एक दिन फिर साडी मजलस कहंदे सभा नूं दीवान नूं, साडी सभा दे विच महाराज कहंदे वो भी बैठा सी।
ਤੇ ਮਹਾਰਾਜ ਸਾਹਿਬ ਕਹਿੰਦੇ ਵੀ ਜਿਵੇਂ ਨੌ ਨਿਧਿਆ ਤੂੰ ਪੁੱਛ ਰਿਹਾ ਨਾ ਕੇਸਾਂ ਦੇ ਬਾਰੇ, ਇਸੇ ਤਰ੍ਹਾਂ ਉਹ ਯਾਰ ਮੁਹੰਮਦ ਨੇ ਵੀ ਇੱਕ ਦਿਨ ਪੁੱਛਿਆ ਸੀ ਸਾਨੂੰ। ਦੀਵਾਨ ਦੇ ਵਿੱਚ ਬੈਠੇ ਹੋਏ ਆ, ਨਿਰਣਾ ਕਰਨ ਵਾਸਤੇ ਕਹਿਣ ਲੱਗਾ, ਇਹ ਗਰੀਬ ਨਵਾਜ ਸਤਿਗੁਰੂ ਜੀ, ਮੈਨੂੰ ਕਿਰਪਾ ਕਰਕੇ ਆਪ ਦੱਸ ਦਿਓ, ਮਹਾਰਾਜ ਜਿਹੜੇ ਆਪ ਜੀ ਦੇ ਸਿੱਖ ਵਾ, ਇਹਨਾਂ ਨੇ ਕੇਸ ਸਾਬਤ ਸੂਰਤ ਵਾ, ਦਸਤਾਰਾਂ ਸਜਾਈਆਂ ਹੋਈਆਂ। ਜਿਹੜੇ ਪਹਿਲੇ ਸਿੱਖ ਹੋਏ ਆ ਉਹਨਾਂ ਦੇ ਕੋਲੇ ਵੀ ਉਹ ਵੀ ਇਸ ਤਰ੍ਹਾਂ ਕੇਸਾਂ ਧਾਰੀ ਹੁੰਦੇ ਸੀ। ਪਹਿਲੇ ਗੁਰੂ ਸਾਹਿਬਾਂ ਦੇ ਕੇਸ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਿੱਖ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਸਿੱਖ, ਉਹਨਾਂ ਸਤਿਗੁਰਾਂ ਦੇ ਪਹਿਲੇ ਸਤਿਗੁਰਾਂ ਦੇ ਸਿੱਖ ਜਿਹੜੇ ਹੋਏ ਉਹ ਵੀ ਕੇਸਾਂ ਧਾਰੀ ਹੋਏ ਆ। ਇਹ ਮੈਨੂੰ ਦੱਸੋ ਕਿ ਜਾਂ ਮਹਾਰਾਜ ਹੁਣ ਤੁਸੀਂ ਹੀ ਆਪਣੇ ਸਿੱਖਾਂ ਨੂੰ ਇਹ ਕੇਸਾਂ ਧਾਰੀ ਵੇਸ ਦਿੱਤਾ ਹੈ। ਮਹਾਰਾਜ ਦੱਸ ਰਹੇ ਆ ਉਸ ਨੌ ਨਿਧੇ ਨੂੰ ਕਿ ਉਸ ਯਾਰ ਮੁਹੰਮਦ ਤੋਂ ਸੁਣ ਕਰਕੇ ਅਸੀਂ ਉਸ ਨੂੰ ਸਮਝਾਇਆ ਸੀ। ਤੇ ਇਹ ਨੌ ਨਿਧੇ ਜਿਵੇਂ ਅਸੀਂ ਯਾਰ ਮੁਹੰਮਦ ਨੂੰ ਦੱਸਿਆ ਸੀ ਨਾ ਕੇਸਾਂ ਦਾ ਪ੍ਰਸੰਗ, ਕੇਸਾਂ ਬਾਰੇ, ਉਹੀ ਸਾਰਾ ਪ੍ਰਸੰਗ ਅਸੀਂ ਤੈਨੂੰ ਵੀ ਦੱਸਦੇ ਹਾਂ, ਸੁਣ। ਮਹਾਰਾਜ ਕਹਿਣ ਲੱਗੇ ਵੀ ਅਸੀਂ ਉਹਨੂੰ ਸਮਝਾਇਆ ਸੀ ਵੀ ਸਾਡੇ ਸਿੱਖਾਂ ਦੀ ਇਕੱਲੀ ਗੱਲ ਨਹੀਂ, ਸਿੱਖ ਤਾਂ ਕੇਸਾਧਾਰੀ ਹੋਏ ਹੀ ਆ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ, ਪਰ ਪੂਰਬਲੇ ਸਮੇਂ ਵਿੱਚ ਜਿੰਨੇ ਹਿੰਦੂ ਹੋਏ ਆ ਤੇ ਜਿੰਨੇ ਮੁਸਲਮਾਨ ਹੋਏ ਸਾਰੇ ਕੇਸਾਧਾਰੀ ਹੋਏ ਆ। ਸਾਰੇ ਹਿੰਦੂ ਵੀ ਕੇਸਾਧਾਰੀ ਸੀ, ਸਾਰੇ ਮੁਸਲਮਾਨ ਵੀ ਕੇਸਾਧਾਰੀ ਸਨ। ਅਸੀਂ ਉਸ ਯਾਰ ਮੁਹੰਮਦ ਨੂੰ ਇਹ ਗੱਲ ਦੱਸੀ ਕਿ ਸਾਰਿਆਂ ਦੇ ਸਿਰ ਦੇ ਉੱਤੇ ਬੜੇ ਲੰਮੇ ਲੰਮੇ ਕੇਸ ਹੋਇਆ ਕਰਦੇ ਸਨ। ਇਹ ਥੋੜੇ ਜਿਹੇ ਸਮੇਂ ਦੀ ਗੱਲ ਵਾ ਜਦੋਂ ਤੇ ਸਾਰਿਆਂ ਨੇ ਕੇਸ ਕਟਾ ਦਿੱਤੇ, ਮੁਸਲਮਾਨਾਂ ਨੇ ਤੇ ਹਿੰਦੂਆਂ ਨੇ ਜਦੋਂ ਤੋਂ ਕੇਸ ਕਟਾ ਦਿੱਤੇ, ਥੋੜੇ ਜਿਹੇ ਸਮੇਂ ਦੀ ਗੱਲ ਹੈ। ਇਸ ਤਰ੍ਹਾਂ ਜਾਣਿਆ ਜਾਂਦਾ ਹੈ ਵੀ ਇਹ ਸਾਰੇ ਧਰਮ ਤੋਂ ਹਟ ਗਏ, ਧਰਮ ਤੋਂ ਇਹਨਾਂ ਨੂੰ ਘਾਟਾ ਪੈ ਗਿਆ, ਭਾਵ ਧਰਮ ਇਹਨਾਂ ਨੇ ਛੱਡ ਦਿੱਤਾ ਹੈ। ਫਿਰ ਉਸ ਯਾਰ ਮੁਹੰਮਦ ਨੇ ਸਾਨੂੰ ਪੁੱਛਿਆ ਕਿ ਜੀ ਸਾਡੇ ਤਾਂ ਜਿਵੇਂ ਤੁਸੀਂ ਕੇਸ ਰੱਖਦੇ ਹੋ, ਸਾਡੇ ਤਾਂ ਸੁੰਨਤ ਰੱਖੀ ਜਾਂਦੀ ਹੈ, ਸੁੰਨਤ ਰੱਖਣੀ ਇਸ ਤਰ੍ਹਾਂ ਹੀ ਇਹ ਸਾਡੇ ਪੰਥ ਵਿੱਚ, ਸਾਡੇ ਮਤ ਵਿੱਚ ਹੈ। ਤੇ ਕਦੋਂ ਕਦੇ ਕੇਸ ਰੱਖੇ ਹਨ ਤੇ ਸੁੰਨਤ ਰੱਖੀ ਇਹ ਕੀਤੀ ਜਾਂਦੀ ਹੈ, ਇਹ ਵੀ ਮਹਾਰਾਜ ਤੁਸੀਂ ਦੱਸੋ। ਸਾਰੀ ਵਾਰਤਾ, ਸਾਰੀ ਗੱਲਬਾਤ ਮਹਾਰਾਜ ਮੈਨੂੰ ਸਮਝਾਵੋ। ਮਹਾਰਾਜ ਕਹਿੰਦੇ ਫਿਰ ਅਸੀਂ ਆਪਣੇ ਮੁਖ ਤੋਂ ਸਾਰਾ ਪ੍ਰਸੰਗ ਉਚਾਰ ਕੇ ਉਸ ਨੂੰ ਸੁਣਾਇਆ ਵੀ ਤੁਹਾਡਾ ਇੱਕ ਵਡੇਰਾ ਪੈਗੰਬਰ ਹੋਇਆ, ਇਬਰਾਹੀਮ ਉਸ ਦਾ ਨਾਂ ਸੀ, ਤੇ ਖਲੀਲ ਪੈਗੰਬਰ, ਉਹ ਇਬਰਾਹੀਮ ਜਿਹੜਾ ਹੈ ਉਹ ਖੁਦਾ ਦਾ ਦੋਸਤ ਹੋਇਆ ਹੈ। ਉਸਨੇ ਆਖਿਆ ਵੀ ਮੈਂ ਖੁਦਾ ਦਾ ਦੋਸਤ ਹਾਂ। ਤੇ ਉਹ ਜਿਹੜਾ ਤੁਹਾਡਾ ਵਡੇਰਾ ਹੋਇਆ ਨਾ ਇਬਰਾਹੀਮ ਪੈਗੰਬਰ, ਉਸਨੇ ਇੱਕ ਇਸਤਰੀ ਵੇਖੀ ਤੇ ਉਹ ਸੁੰਦਰ ਇਸਤਰੀ ਨੂੰ ਵੇਖ ਕਰਕੇ ਕਾਮ ਦੇ ਅਧੀਨ ਹੋ ਗਿਆ, ਆਪਣੇ ਮਨ ਬਿਰਤੀ ਨੂੰ ਰੋਕ ਨਾ ਸਕਿਆ। ਹੈ ਪੈਗੰਬਰ ਸੀ ਪਰ ਇਸ ਤਰ੍ਹਾਂ ਦੀ ਹਾਲਤ ਹੋ ਗਈ। ਤੇ ਉਹ ਇਬਰਾਹੀਮ ਪੈਗੰਬਰ ਨੇ ਉਸ ਇਸਤਰੀ ਨੂੰ ਆਖਿਆ ਕਿ ਤੂੰ ਮੇਰੇ ਨਾਲ ਨਿਕਾਹ ਕਰ ਲਾ। ਆਪਾਂ ਵਿਆਹ ਕਹਿੰਦੇ ਆ, ਮੁਸਲਮਾਨੀ ਮਤ ਚ ਨਿਕਾਹ ਕਹਿੰਦੇ। ਉਹਨੇ ਆਖਿਆ ਮੇਰੇ ਨਾਲ ਤੂੰ ਨਿਕਾਹ ਕਰ ਲੈ, ਮੈਂ ਪੈਗੰਬਰ ਹਾਂ ਤੇ ਮੇਰੇ ਘਰ ਵਿੱਚ ਆ ਕਰਕੇ ਤੂੰ ਸੁੱਖ ਨਾਲ ਵਸ। ਇਹ ਗੱਲ ਸੁਣ ਕਰਕੇ ਇਬਰਾਹੀਮ ਪੈਗੰਬਰ ਦੀ ਗੱਲ ਉਸ ਔਰਤ ਨੇ ਨਾ ਕਰ ਦਿੱਤੀ, ਨਾ ਮੰਨੀ। ਪੈਗੰਬਰ ਦੇ ਨਾਲ ਇਹ ਗੱਲਬਾਤ ਕੀਤੀ। ਉਹਨੇ ਆਖਿਆ ਵੀ ਇਹ ਪੈਗੰਬਰ ਸਾਹਿਬ, ਤੁਹਾਡਾ ਨਿਕਾਹ ਤੇ ਪਹਿਲਾਂ ਹੀ ਹੋਇਆ ਵਾ, ਤੁਹਾਡੇ ਘਰ ਵਿੱਚ ਤਾਂ ਇੱਕ ਬੀਬੀ ਪਹਿਲਾਂ ਹੀ ਹੈ, ਇਸ ਕਰਕੇ ਜੇ ਮੈਂ ਵੀ ਤੁਹਾਡੀ ਪਤਨੀ ਬਣ ਗਈ, ਉਹ ਮੇਰੀ ਸੌਂਕਣ ਬਣ ਜਾਵੇਗੀ, ਫਿਰ ਦੁੱਖ ਹੋਵੇਗਾ। ਇਸ ਤਰ੍ਹਾਂ ਕਹਿੰਦੇ ਉਸ ਔਰਤ ਨੇ ਟਾਲ ਦਿੱਤਾ। ਤੇ ਜਦੋਂ ਕੁਝ ਸਮਾਂ ਫੇਰ ਬੀਤਿਆ
ਕੁਝ ਦਿਨ ਬੀਤੇ ਤੇ ਕਹਿੰਦੇ ਉਹ ਜਿਹੜੀ ਬਗਾਨੀ ਇਸਤਰੀ ਸੀ ਨਾ, ਉਹ ਤਾਂ ਪੈਗੰਬਰ ਸਾਹਿਬ ਦੇ ਚਿੱਤ ਵਿੱਚ ਹੀ ਵਸ ਗਈ। ਹਰ ਵੇਲੇ ਪੈਗੰਬਰ ਸਾਹਿਬ ਬੰਦਗੀ ਤੇ ਖੁਦਾ ਦੀ ਕਰਨੀ ਹੀ, ਉਹ ਚੇਤੇ ਔਰਤ ਨੂੰ ਹੀ ਕਰਦਾ ਰਹਿੰਦਾ ਹੈ। ਤੇ ਫਿਰ ਇੱਕ ਦਿਨ ਦੀਨ ਮਨ ਜੇ ਹੋ ਗਏ ਪੈਗੰਬਰ ਸਾਹਿਬ, ਤੇ ਉਸ ਔਰਤ ਨੂੰ ਕਹਿਣ ਲੱਗੇ ਕਿ ਇਹ ਸਿਆਣੀ ਇਸਤਰੀ, ਤੂੰ ਮੇਰੇ ਨਾਲ ਨਿਕਾਹ ਕਰ ਲੈਣਾ ਕਰ, ਕਿਉਂਕਿ ਮੇਰੇ ਚਿੱਤ ਦੇ ਵਿੱਚ ਹੌਲ ਜਿਹਾ ਪੈਂਦਾ ਰਹਿੰਦਾ ਹੈ ਦਿਨੇ ਰਾਤ। ਇਸ ਕਰਕੇ ਮੈਂ ਬਹੁਤ ਹਿੱਤ ਦੇ ਨਾਲ ਤੇਰੀ ਇੱਛਾ ਕਰਦਾ ਹਾਂ ਤੇ ਤੂੰ ਮੇਰੇ ਨਾਲ ਨਿਕਾਹ ਕਰਾ ਲਾ। ਪੈਗੰਬਰ ਸਾਹਿਬ ਤੇ ਜ਼ਿਆਦਾ ਹੀ ਮੋਹਿਤ ਹੋ ਗਏ। ਕਹਿਣ ਲੱਗੇ ਵੀ ਹੈ ਪਿਆਰੀਏ, ਜਿਵੇਂ ਤੂੰ ਆਖੇਂਗੀ, ਜਿਵੇਂ ਆਗਿਆ ਦੇਵੇਂਗੀ, ਮੈਂ ਤੇਰੇ ਅਨੁਸਾਰੀ ਹੋ ਕੇ ਹੀ ਰਵਾਂਗਾ, ਜਿਵੇਂ ਤੂੰ ਆਖੇਂਗੀ। ਵੇਖੋ ਕਾਮ ਕਿੱਡਾ ਬਲੀ ਆ। ਇਹ ਆਮ ਇਨਸਾਨਾਂ ਦੀ ਤਾਂ ਗੱਲ ਕੀ ਹੈ, ਇਹਨੇ ਤਾਂ ਸਵਰਗ ਦੇ ਦੇਵਤਿਆਂ ਨੂੰ ਵੀ ਨੱਥ ਪਾ ਲਈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ, ਗੋਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਇਹ ਤਾਂ ਆਪ ਗੁਰੂ ਸਾਹਿਬ ਮਿਹਰ ਭਰੇ ਹੱਥ ਰੱਖਣ ਤੇ ਤਾਂ ਹੀ ਇਹਨਾਂ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ। ਤਾਂ ਪੈਗੰਬਰ ਕਹਿਣ ਲੱਗੇ ਵੀ ਜਿਵੇਂ ਤੂੰ ਆਖੇਂਗੀ ਉਸੇ ਤਰ੍ਹਾਂ ਹੀ ਮੈਂ ਕਰਾਂਗਾ, ਤੇਰੇ ਅਨੁਸਾਰੀ ਹੋ ਕੇ ਚੱਲਾਂਗਾ, ਪਰ ਤੂੰ ਮੇਰੇ ਨਾਲ ਨਿਕਾਹ ਕਰਾ ਲੈ। ਜਦੋਂ ਇਸਤਰੀ ਨੇ ਜਾਣਿਆ ਵੀ ਇਹ ਮੇਰੇ ਤੇ ਬਹੁਤ ਜ਼ਿਆਦਾ ਹੀ ਲੁਭਾਇਮਾਨ ਹੋ ਗਿਆ ਹੈ, ਉਹਨੇ ਆਖਿਆ ਵੀ ਫਿਰ ਮੇਰੇ ਨਾਲ ਇਹ ਨਾ ਵਾਅਦਾ ਕਰ, ਕਰਾਰ ਕਰ ਕਿ ਮੇਰੀ ਗੱਲ ਪੂਰੀ ਮੰਨ। ਤਾਂ ਇਸ ਕਰਕੇ ਜਿਹੜੀ ਪਹਿਲੀ ਹੈ ਨਾ ਤੇਰੇ ਘਰ ਵਾਲੀ, ਉਸ ਨੂੰ ਪਹਿਲਾਂ ਤੂੰ ਤਲਾਕ ਦੇਣਾ ਕਰ, ਵੀ ਉਹਨੂੰ ਛੱਡ ਦੇ, ਤੇ ਫਿਰ ਮੈਂ ਤੇਰੇ ਨਾਲ ਨਿਕਾਹ ਕਰ ਲਵਾਂਗੀ। ਕਹਿੰਦੇ ਵੀ ਫਿਰ ਪੈਗੰਬਰ ਨੇ ਉਸੇ ਤਰ੍ਹਾਂ ਕੀਤਾ। ਕਾਮ ਨੇ ਤਪਾਇਆ ਹੋਇਆ ਸੀ ਪੈਗੰਬਰ ਨੂੰ, ਉਸੇ ਤਰ੍ਹਾਂ ਹੀ ਕੀਤਾ। ਫਿਰ ਪੈਗੰਬਰ ਸਾਹਿਬ ਨੇ ਜਿਵੇਂ ਉਸ ਇਸਤਰੀ ਨੇ ਆਖਿਆ, ਜਿਹਦੇ ਨਾਲ ਪਹਿਲਾਂ ਨਿਕਾਹ ਹੋਇਆ ਸੀ, ਉਹਨੂੰ ਤਲਾਕ ਦਿੱਤਾ ਪੈਗੰਬਰ ਸਾਹਿਬ ਨੇ। ਫਿਰ ਉਹ ਦੂਸਰੀ ਬਗਾਨੀ ਔਰਤ ਨਾਲ ਨਿਕਾਹ ਕਰ ਲਿਆ ਤੇ ਉਹਦੇ ਨਾਲ ਫਿਰ ਵਕਾਰ ਭੋਗੇ। ਕਈ ਸਾਲ ਕਹਿੰਦੇ ਫਿਰ ਇਸ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ, ਰਹਿੰਦੇ ਰਹੇ ਇਸੇ ਤਰ੍ਹਾਂ। ਤੇ ਇਸੇ ਪ੍ਰਕਾਰ ਦੇ ਨਾਲ ਕਿਤਕ ਬਰਖ ਲਗ ਰਮ ਕਰ ਸੰਗ, ਇਹਨਾਂ ਦਾ ਮੇਲ ਮਿਲਾਪ ਹੁੰਦਾ ਰਿਹਾ ਕਈ ਸਾਲ। ਕਹਿੰਦੇ ਵੀ ਵਿਕਾਰਾਂ ਦੇ ਵਿੱਚ ਖੁੱਭਿਆ ਹੋਇਆ ਪੈਗੰਬਰ ਸਾਹਿਬ ਫਿਰ ਇਸ ਤਰ੍ਹਾਂ ਕਈ ਸਾਲ ਬਤੀਤ ਕੀਤੇ। ਫਿਰ ਕਹਿੰਦੇ ਵੀ ਸਮਾਂ ਪਾ ਕੇ ਨਾ ਇੱਕ ਵਾਰੀ ਉਹ ਪਹਿਲੀ ਜਿਹਨੂੰ ਛੱਡ ਦਿੱਤਾ ਸੀ ਉਹਦਾ ਫਿਰ ਚੇਤਾ ਆ ਗਿਆ, ਉਹਨੂੰ ਫੇਰ ਲਾਇਆ ਤੇ ਉਹਦੇ ਨਾਲ ਵਿਸ਼ੇ ਵਿਕਾਰ ਭੋਗ ਲਏ। ਹੁਣ ਜਿਹਦੇ ਨਾਲ ਨਿਕਾਹ ਕੀਤਾ ਸੀ ਨਾ ਪਹਿਲੇ ਨੂੰ ਛੱਡ ਕਰਕੇ, ਉਹ ਜਦੋਂ ਫੇਰ ਪਹਿਲੇ ਨੂੰ ਲਾਏ ਆ ਤੇ ਉਹਦੇ ਨਾਲ ਵਕਾਰ ਭੋਗੇ, ਤੇ ਉਹ ਜਿਹੜੀ ਦੂਸਰੀ ਸੀ ਉਹਨੂੰ ਪਤਾ ਲੱਗਾ ਤੇ ਉਹ ਗੁੱਸੇ ਵਿੱਚ ਆ ਗਈ। ਉਹਨੇ ਵੇਖਿਆ ਵੀ ਇਹਨੇ ਆ ਕੁਝ ਕੀਤਾ ਹੈ ਤੇ ਉਹ ਬਹੁਤ ਗੁੱਸੇ ਵਿੱਚ ਆ ਕਰਕੇ ਕਹਿਣ ਲੱਗੀ, ਉਹਨੇ ਕਿਹਾ ਪੈਗੰਬਰ ਸਾਹਿਬ ਜਿਹੜਾ ਸ਼ਰਅ ਤੋਂ ਉਲਟ ਕੰਮ ਕਰੇ, ਇਹ ਪੈਗੰਬਰ ਸਾਹਿਬ ਦੱਸੋ ਵੀ ਜਿਹੜਾ ਸ਼ਰਅ ਦੀ ਅਦੂਲੀ ਕਰੇ, ਭੁੱਲ ਕਰਕੇ ਸ਼ਰਅ ਤਿਆਗ ਦੇਵੇ, ਭਾਵ ਜਿਹੜਾ ਬਚਨ ਕੀਤਾ ਹੋਇਆ, ਜਿਹੜਾ ਕੌਲ ਕਰਾਰ ਕੀਤਾ ਹੋਇਆ ਵਾ, ਜੇ ਉਹ ਆਪਦਾ ਤੋੜ ਦਵੇ, ਸ਼ਰਅ ਤੋੜ ਦਵੇ, ਤੇ ਫਿਰ ਇਬਰਾਹੀਮ ਪੈਗੰਬਰ ਨੇ ਆਖਿਆ ਉਸ ਨੂੰ ਵੀ ਉਹ ਜਿਹੜਾ ਸ਼ਰਅ ਤੋੜਦਾ ਹੈ, ਆਪਣਾ ਕਰਾਰ ਤੋੜਦਾ, ਉਹ ਤੇ ਸਜ਼ਾ ਭੋਗਣ ਦੇ ਯੋਗ, ਉਹਨੂੰ ਤੇ ਸਜ਼ਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਵੀ ਇਹਨੇ ਸ਼ਰਅ ਅਦੂਲੀ ਹੈ, ਇਹ ਭੁੱਲ ਕੀਤੀ ਹੈ ਜਾਣ ਕਰਕੇ। ਕਹਿੰਦੇ ਵੀ ਜਿੰਨਾ ਚਿਰ ਉਹਨੂੰ ਸਜ਼ਾ ਨਾ ਦਿੱਤੀ ਜਾਵੇ ਉਹਨਾਂ ਚਿਰ ਉਹ ਪਵਿੱਤਰ ਨਹੀਂ ਹੁੰਦਾ, ਉਹ ਨਪਾਕ ਰਹਿੰਦਾ, ਅਪਵਿੱਤਰ ਰਹਿੰਦਾ, ਮਲੀਨ ਰਹਿੰਦਾ ਹੈ। ਇਹ ਮੌਕਾ ਪਾ ਕਰਕੇ ਉਸ ਇਸਤਰੀ ਨੇ ਫਿਰ ਪੈਗੰਬਰ ਨੂੰ ਸੁਣਾਇਆ
ਉਹਨੇ ਕਿਹਾ ਪੈਗੰਬਰ ਸਾਹਿਬ ਸ਼ਰ੍ਹਾ ਤੁਸੀਂ ਅਦੂਲੀ ਆ, ਤੁਸੀਂ ਕਹਿੰਦੇ ਜਿਹੜਾ ਵੀ ਸ਼ਰ੍ਹਾ ਤਿਆਗ ਦੇਵੇ, ਸ਼ਰ੍ਹਾ ਦੇ ਵਿੱਚ ਅਦੂਲੀ ਕਰੇ, ਭੁੱਲ ਕਰੇ, ਉਹਨੂੰ ਸਜ਼ਾ ਜਿੰਨਾ ਚਿਰ ਨਾ ਦਿੱਤੀ ਜਾਵੇ ਉਹ ਨਾਪਾਕ ਰਹਿੰਦਾ, ਪਵਿੱਤਰ ਨਹੀਂ ਹੁੰਦਾ, ਅਪਵਿੱਤਰ ਹੁੰਦਾ ਵਾ। ਇਸ ਕਰਕੇ ਤੁਸੀਂ ਸ਼ਰ੍ਹਾ ਦੀ ਅਦੂਲੀ ਕੀਤੀ ਹੈ। ਤੁਹਾਡੇ ਨਾਲ ਮੈਂ ਵਾਅਦਾ ਕੀਤਾ ਸੀ ਵੀ ਮੈਂ ਤਾਂ ਨਿਕਾਹ ਕਰਾਵਾਂਗੀ ਜੇ ਪਹਿਲੇ ਨੂੰ ਤੁਸੀਂ ਛੱਡੋ, ਤੁਸੀਂ ਛੱਡ ਦਿੱਤਾ ਸੀ, ਹੁਣ ਫਿਰ ਤੁਸੀਂ ਲਿਆ ਕਰਕੇ ਉਹਦੇ ਨਾਲ ਸੰਬੰਧ ਬਣਾਇਆ, ਇਸ ਕਰਕੇ ਤੁਸੀਂ ਸਜ਼ਾ ਦੇ ਹੱਕਦਾਰ ਹੋ। ਹਾਂਜੀ, ਤੁਸੀਂ ਉਹਨੂੰ ਬੁਲਾ ਕਰਕੇ ਫਿਰ ਉਹਦੇ ਨਾਲ ਸੰਬੰਧ ਬਣਾਇਆ ਹੈ। ਇਸ ਕਰਕੇ ਪੈਗੰਬਰ ਸਾਹਿਬ ਤੁਹਾਨੂੰ ਸਜ਼ਾ ਦੇਣੀ ਯੋਗ ਹੈ। ਆਪਣੇ ਉਹ ਘਰ ਵਾਲੀ ਦੇ ਇਹ ਬੋਲ ਸੁਣ ਕਰਕੇ ਪੈਗੰਬਰ ਇਬਰਾਹੀਮ, ਕਿਉਂਕਿ ਜ਼ਿਆਦਾ ਹੀ ਮੋਹਤ ਸੀ, ਉਸ ਇਸਤਰੀ ਤੇ ਕਹਿਣ ਲੱਗਾ ਵੀ ਮੈਨੂੰ ਕਬੂਲ ਵਾ ਜੋ ਤੂੰ ਸਜ਼ਾ ਦੇਵੇਂਗੀ, ਮੈਂ ਤੇਰੀ ਸਜ਼ਾ ਪ੍ਰਵਾਨ ਕਰਦਾ ਹਾਂ। ਇਹ ਮੇਰੀ ਪਿਆਰੀਏ, ਜਿਵੇਂ ਤੂੰ ਚਾਹਣੀ ਉਸੇ ਤਰ੍ਹਾਂ ਕਰ, ਕਿਹੜੀ ਸਜ਼ਾ ਦੇਣੀ ਮੈਂ ਤੇਰੀ ਸਜ਼ਾ ਲੈ ਲਵਾਂਗਾ, ਕਿਉਂਕਿ ਮੈਂ ਸਦਾ ਹੀ ਤੇਰੇ ਅਨੁਸਾਰੀ ਹਾਂ। ਤੇ ਉਹ ਜਿਹੜੀ ਇਸਤਰੀ ਸੀ ਉਹਨੇ ਆਖਿਆ ਪੈਗੰਬਰ ਸਾਹਿਬ ਜਿਹੜੇ ਜਿਹੜੇ ਤੂੰ ਆਪਣੇ ਸਰੀਰ ਦੇ ਅੰਗ ਉਸ ਇਸਤਰੀ ਦੇ ਨਾਲ ਲਾਏ ਹਨ ਉਹ ਆਪਣੇ ਅੰਗ ਕਟਾ ਦੇ, ਇਹ ਸਜ਼ਾ ਮੈਂ ਤੈਨੂੰ ਦੇਣੀ ਆ। ਜਿਹੜੇ ਜਿਹੜੇ ਤੂੰ ਆਪਣੇ ਅੰਗ ਲਾਏ ਆ, ਹੱਥ ਕਟਾ, ਹੋਰ ਜਿਹੜਾ ਅੰਗ ਲਾਇਆ ਉਹ ਕਟਾ, ਆਪਣੇ ਬੁੱਲ ਕਟਾ, ਉਹ ਆਪਣੇ ਅੰਗ ਕਟਾ ਦੇ, ਤੈਨੂੰ ਇਹ ਸਜ਼ਾ ਦੇਣੀ ਚਾਹੀਦੀ ਹੈ। ਇਸ ਕਰਕੇ ਤੂੰ ਤਲਾਕ ਦਿੱਤਾ ਸੀ, ਇਹ ਸ਼ਰ੍ਹਾ ਕੀਤੀ ਸੀ, ਤਲਾਕ ਦੇ ਕੇ ਉਦੋਂ ਮਗਰੋਂ ਨੂੰ ਤੂੰ ਸੱਦ ਕਰਕੇ ਉਹਦੇ ਨਾਲ ਸੰਬੰਧ ਬਣਾਇਆ ਹੈ। ਇਸ ਕਰਕੇ ਹੇ ਪੈਗੰਬਰ ਸਾਹਿਬ, ਇਹ ਹੁਣ ਕਸ਼ਟ ਤੈਨੂੰ ਝੱਲਣਾ ਪੈਣਾ, ਇਹ ਸਜ਼ਾ ਤੈਨੂੰ ਭੋਗਣੀ ਪੈਣੀ ਹੈ। ਇਹ ਸ਼ਰ੍ਹਾ ਦੀ ਸੱਚੀ ਗੱਲ ਆਪਣੀ ਘਰਵਾਲੀ ਤੋਂ ਸੁਣ ਕਰਕੇ ਕਹਿੰਦੇ ਦੀਨ ਜਿਹਾ ਹੋ ਕੇ ਤੇ ਹੱਥ ਦੋਵੇਂ ਜੋੜ ਲਏ ਪੈਗੰਬਰ ਸਾਹਿਬ ਨੇ ਆਪਣੇ ਘਰਵਾਲੀ ਦੇ ਅੱਗੇ। ਕਹਿੰਦਾ ਕਿ ਪਿਆਰੀਏ ਗੱਲ ਤਾਂ ਤੂੰ ਸੱਚੀ ਆਖੀ ਹੈ, ਪਰ ਇਹ ਆ ਮੇਰੀ ਬੇਨਤੀ ਵੀ ਸਜ਼ਾ ਵੀ ਮੈਨੂੰ ਦੇ ਲਾ ਤੇ ਪਰ ਮੇਰੀ ਜਾਨ ਵੀ ਬਚ ਜਾਵੇ, ਮੈਂ ਤੇਰੇ ਜੋਗਾ ਵੀ ਰਹਿ ਜਾਵਾਂ, ਤੂੰ ਆਪਣਾ ਫਿਰ ਵੀ ਇਹ ਮੇਲ ਮਿਲਾਪ ਬਣਿਆ ਰਵੇ, ਪਰ ਮੈਨੂੰ ਸਜ਼ਾ ਵੀ ਦੇ ਲਾ ਤੂੰ। ਹਾਂ, ਜਿਵੇਂ ਸਜ਼ਾ ਵੀ ਹੋ ਜਾਵੇ ਤੇ ਮੈਂ ਬਚ ਵੀ ਜਾਵਾਂ, ਮੈਂ ਜਿਉਂਦਾ ਵੀ ਰਵਾਂ ਤੇ ਤੇਰੇ ਨਾਲ ਵੀ ਰਵਾਂ ਸੁਖ ਪਾ ਕੇ। ਕਹਿੰਦੇ ਵੀ ਜਦੋਂ ਜ਼ਿਆਦਾ ਹੀ ਹੱਥ ਜੇ ਜੋੜ ਕੇ ਤਰਲੇ ਜੇ ਕੱਢਣ ਲੱਗ ਪਿਆ ਨਾ ਪੈਗੰਬਰ, ਵੀ ਜੇ ਤੇ ਸਾਰੇ ਅੰਗ ਵੱਢੇ ਜਾਂਦੇ ਫਿਰ ਤਾਂ ਮਰਨਾ ਹੀ ਸੀ ਨਾ। ਹੱਥ ਵੱਢ ਦਿੱਤੇ, ਸਾਰੇ ਅੰਗ ਕੱਟ ਦਿੱਤੇ ਤੇ ਫਿਰ ਤਾਂ ਮੌਤ ਹੀ ਆ ਸਿੱਧੀ। ਹੁਣ ਜਦੋਂ ਜ਼ਿਆਦਾ ਹੀ ਝੁਕ ਗਿਆ, ਹੱਥ ਜੇ ਜੋੜੀ ਜਾਂਦਾ, ਤਰਲੇ ਜੇ ਕੱਢੀ ਜਾਂਦਾ, ਉਹਨੇ ਫਿਰ ਕਿਰਪਾ ਜੀ ਕਹਿੰਦੇ ਤਰਸ ਜਿਹਾ ਕਰ ਦਿੱਤਾ ਘਰ ਵਾਲੀ ਨੇ ਪੈਗੰਬਰ ਸਾਹਿਬ ਤੇ। ਫਿਰ ਕਹਿੰਦੇ ਉਹਨੇ ਸਜ਼ਾ ਥੋੜੀ ਜਿਹੀ ਘਟਾ ਦਿੱਤੀ ਹੈਗੀ, ਪਰ ਘਟਾ ਕੇ ਦੇ ਦਿੱਤੀ ਆਪਣੇ ਪਤੀ ਨੂੰ ਸਜ਼ਾ। ਹੱਥ ਲੱਗੇ ਸੀ ਉਤਨਾ ਤੇ ਗੁੱਟ ਵਢਾਉਣੇ ਸੀ ਨਾ ਉਹਨੇ, ਵੀ ਹੱਥ ਲੱਗੇ ਆ ਉਸ ਇਸਤਰੀ ਦੇ ਨਾਲ, ਤੇ ਪਰ ਹੱਥ ਨਹੀਂ ਕੱਟੇ ਉਹਨੇ। ਘਟਾ ਕਰਕੇ ਕੀ ਕੀਤਾ, ਜਿਹੜਾ ਕੁੜਤਾ ਸੀ ਨਾ ਉਹਦੀਆਂ ਬਾਹਾਂ ਇੱਥੋਂ ਕਟਵਾ ਦਿੱਤੀਆਂ, ਉਹ ਬਾਹਾਂ ਕੁੜਤੇ ਦੀਆਂ ਬਾਹਾਂ ਕਟਵਾ ਦਿੱਤੀਆਂ, ਚੋਲੇ ਦੀਆਂ ਬਾਹਾਂ ਕਟਵਾ ਦਿੱਤੀਆਂ, ਹੱਥ ਨਹੀਂ ਕਟਵਾਏ। ਕਹਿੰਦੇ ਵੀ ਉਸ ਤਰ੍ਹਾਂ ਲਿੰਗ ਕੱਟਣਾ ਸੀ, ਲਿੰਗ ਨਹੀਂ ਕੱਟਿਆ, ਇਸ ਕਰਕੇ ਸੁੰਨਤ ਕਰ ਦਿੱਤੀ, ਉੱਥੋਂ ਚੱਲੀ ਸੁੰਨਤ। ਆਹ ਵਾ ਇਤਿਹਾਸ। ਉਂਝ ਤਾਂ ਸੋ ਇਹ ਗੁਪਤ ਅੰਗ ਹੀ ਕੱਟ ਦੇਣਾ ਸੀ, ਪਰ ਸਾਰਾ ਨਹੀਂ ਕੱਟਿਆ। ਕਹਿੰਦੇ ਵੀ ਉਹ ਸੁੰਨਤ ਕਰ ਦਿੱਤੇ, ਜਿਵੇਂ ਹੁਣ ਸੁੰਨਤ ਕਰਨ ਦੀ ਮਰਿਆਦਾ ਚੱਲੀ ਉਹਨਾਂ ਦੀ। ਤੇ ਇਸੇ ਤਰ੍ਹਾਂ ਕਹਿੰਦੇ ਬੁੱਲ ਕੱਟਣੇ ਸੀ, ਬੁੱਲ ਨਹੀਂ ਕੱਟੇ। ਉਹਨੇ ਕਿਹਾ ਵੀ ਆ ਮੁੱਛਾਂ ਕੇਸ ਕੱਟ ਦੋ। ਕਲਗੀਧਰ ਪਾਤਸ਼ਾਹ ਦੱਸਦੇ ਇੱਥੋਂ ਚੱਲੇ ਕੇਸ ਕੱਟਣ ਦੀ ਆ ਰੀਤ, ਵੀ ਉਸ ਤਰ੍ਹਾਂ ਬੁੱਲ ਵੀ ਕੱਟ ਦੇਣੇ ਸੀ। ਤੇ ਫਿਰ ਉਹ ਅਦਰਨ ਤੇ ਦਵੈ ਮੁੱਛਣ ਦੋਵੇਂ ਮੁੱਛਾਂ ਕਟਾ ਦਿੱਤੀਆਂ। ਇਸੇ ਤਰ੍ਹਾਂ ਫਿਰ ਛਾਤੀ ਵੀ ਕੱਟਣੀ ਸੀ। ਉਹ ਕਹਿੰਦੇ ਵੀ ਛਾਤੀ ਤੋਂ ਵਾਲ ਕੱਟ ਦਿੱਤੇ ਤੇ ਸਿਰ ਤੋਂ ਜੂੜਾ ਕੱਟ ਕੇ ਲਾਹ ਦਿੱਤਾ। ਉਹਦੇ ਜਿੰਨੇ ਮੰਨਣ ਵਾਲੇ ਸੀ ਨਾ ਲੋਕ, ਉਮਤ ਸੀ,
ਤੇ ਉਹ ਸਾਰੇ ਪ੍ਰਜਾ ਨੇ, ਸਾਰੇ ਲੋਕਾਂ ਨੇ ਵੇਖਿਆ ਵੀ ਸਾਡੇ ਪੈਗੰਬਰ ਸਾਹਿਬ ਤੇ ਕੌਣ ਮੁੜ ਜੇ ਹੋ ਗਏ ਆ, ਕਿ ਇਹਨਾਂ ਨੇ ਤੇ ਸਾਰਾ ਕੁਝ ਕਟਾ ਦਿੱਤਾ ਹੈ। ਉਹਨਾਂ ਸਾਰਿਆਂ ਨੇ ਕਹਿੰਦੇ ਉਸ ਵੇਲੇ ਵਾਰਤਾ ਕੀਤੀ ਤੇ ਪੈਗੰਬਰ ਸਾਹਿਬ ਨੇ ਆਖਿਆ ਵੀ ਇਹ ਮੈਨੂੰ ਹੁਣ ਇਲਹਾਮ ਹੋਇਆ, ਖੁਦਾ ਨੇ ਇਸ ਤਰ੍ਹਾਂ ਆਖਿਆ ਵੀ ਇਸ ਤਰ੍ਹਾਂ ਕਰ ਦੋ। ਕੀਤਾ ਤੇ ਘਰ ਵਾਲੀ ਦੇ ਆਖੇ ਲੱਗ ਗਏ ਤੇ ਕਹਿੰਦਾ ਵੀ ਖੁਦਾ ਨੇ ਆਖਿਆ ਕਿ ਆ ਇਸ ਤਰ੍ਹਾਂ ਕੇਸ ਕੱਟੋ ਤੇ ਇਸ ਤਰ੍ਹਾਂ ਸੁਨਨਤ ਕਰਿਆ ਕਰੋ। ਇੱਥੋਂ ਮਾਰੇ ਕਹਿੰਦੇ ਫਿਰ ਕੇਸ ਕਟਾਉਣ ਦੀ ਜਿਹੜੀ ਇਹ ਸ਼ੁਰੂ, ਬਾਕੀ ਸਾਰੀ ਗੱਲ ਕੱਲ ਨੂੰ ਆਵੇਗੀ ਕਿ ਦੂਜੇ ਪਾਸੇ ਵੀ ਕਿਵੇਂ ਰੰਭਤਾ ਹੋਈ ਹੈ। ਕਿ ਦੋਵਾਂ ਪਾਸੇ ਇਹ ਇਸਲਾਮ ਦੇ ਵਿੱਚ ਵੀ ਤੇ ਸਨਾਤਨ ਧਰਮ ਦੇ ਵਿੱਚ ਵੀ ਇਸੇ ਤਰ੍ਹਾਂ ਕੁਰੀਤੀ ਦੇ ਨਾਲ ਇੱਕ ਕੇਸ ਜਿਹੜੇ ਕਟਾਉਣ ਦੀ ਜਿਹੜੀ ਰੀਤੀ ਚੱਲੀ ਹੈ ਤੇ ਫਿਰ ਉਹਨੂੰ ਧਰਮ ਬਣਾ ਲਿਆ ਗਿਆ। ਅਸਲ 'ਚ ਕਲਗੀਧਰ ਪਾਤਸ਼ਾਹ ਕਹਿੰਦੇ ਮੁੱਢ ਦੇ ਵਿੱਚ ਸ਼ੁਰੂ ਵਿੱਚ ਸਾਰੇ ਹੀ ਕੇਸਾਧਾਰੀ ਸੀ, ਪਰ ਕੋਈ ਨਾ ਕੋਈ ਇਸ ਤਰੀਕੇ ਦੇ ਨਾਲ ਪ੍ਰੀਤੀ ਕਰਕੇ ਉਥੋਂ ਫਿਰ ਉਹਨੂੰ ਧਰਮੀ ਬਣਾ ਕਰਕੇ ਤੇ ਉਹਦੀ ਰੋਹ ਰੀਤ ਤੋਰ ਲਈ। ਸੋ ਗੁਰੂ ਸਾਹਿਬ ਜੀ ਦੀ ਪਵਿੱਤਰ ਇਹ ਸਿੱਖਿਆ ਹੈ ਕਿ ਭਾਈ ਹਰ ਇੱਕ ਪ੍ਰਾਣੀ ਮਾਤਰ ਨੂੰ ਸਾਬਤ ਸੂਰਤ ਹੋਣਾ ਚਾਹੀਦਾ। ਸਾਬਤ ਸੂਰਤ ਦਸਤਾਰ ਸਿਰਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜਦੋਂ ਮੱਕੇ ਵੀ ਪਹੁੰਚੇ ਸੀ ਨਾ ਸਾਧ ਸੰਗਤ ਜੀ, ਉਸ ਮੌਕੇ ਤੇ ਮਹਾਰਾਜ ਸਾਹਿਬ ਜੀ ਦਾ ਜਿਸ ਵੇਲੇ ਗੋਸ਼ਟੀ ਹੋਈ ਸੀ ਕਾਜ਼ੀਆਂ ਦੇ ਨਾਲ, ਮੌਲਵੀਆਂ ਦੇ ਨਾਲ, ਤਾਂ ਮਹਾਰਾਜ ਸਾਹਿਬ ਜੀ ਨੇ ਉੱਥੇ ਬਚਨ ਫਰਮਾਏ ਸੀ, ਸਾਬਤ ਸੂਰਤ ਰੱਬ ਬਣਾਏ ਬੇਈਮਾਨ ਨੇ ਭੰਨ ਗਵਾਈ। ਮੱਕੇ 'ਚ ਇਹ ਗੱਲ ਆਖੀ, ਇਹ ਜਨਮ ਸਾਖੀ ਵਿੱਚ ਲਿਖੇ ਹੋਏ ਬੋਲ ਆ। ਸਾਬਤ ਸੂਰਤ ਰੱਬ ਬਣਾਈ ਬੇਈਮਾਨ ਨੇ ਭੰਨ ਗਵਾਈ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਹਿ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਇਸ ਕਰਕੇ ਇਹ ਪ੍ਰੀਤੀ ਤੋਂ ਬਚਣਾ ਚਾਹੀਦਾ। ਸਾਬਤ ਸੂਰਤ ਜਿਵੇਂ ਪਰਮੇਸ਼ਰ ਨੇ ਪੈਦਾ ਕੀਤਾ ਉਸੇ ਤਰ੍ਹਾਂ ਰਹਿਣਾ ਚਾਹੀਦਾ। ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। हे गोविंद हे गोपाल हे दयाल लाल, प्राणनाथ अनाथ सखे दीन दर्द। हे समर्थ अगम पूरन मोहे मया तार, अंधकूप महाभयान नानक पारे उतार। आए प्रभ सरनागते कृपा निध दयाल, एक अखर हर मन बसत नानक होत निहाल। कथा निता प्रत होत है सुन हो सिंह सुजान। नानक गुर गोबिंद सिंह जी सदा करे कल्याण। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।